ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 6 ਮਹੀਨੇ ਤੋਂ ਕੈਂਪ ਕਲਾਸ ਦਾ ਆਨੰਦ ਮਾਣ ਰਹੇ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਸਮੂਹ ਪਰਿਵਾਰ, ਦੇਸ਼ ਵਿਦੇਸ਼ ਵਿੱਚੋਂ ਜੁੜੀਆਂ ਸੰਗਤਾਂ, ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਅਦਬ ਸਤਿਕਾਰ ਪਿਆਰ ਦੇ ਨਾਲ ਗੁਰਫਤਿਹ ਦੀ ਪਾਈਏ ਸਾਂਝ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 6 ਮਹੀਨੇ ਤੋਂ ਗੁਰੂ ਕਿਰਪਾ ਸਦਕਾ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਸਦਕਾ ਆਪਾਂ ਸਾਰੇ ਲਾਹੇ ਪ੍ਰਾਪਤ ਕਰ ਰਹੇ ਹਾਂ। ਆਪਣੇ ਕੋਲ ਬਹੁਤ ਹੀ ਸੁਲਝੇ ਹੋਏ ਵਿਦਵਾਨ ਬੁਲਾਰੇ, ਜੋ ਕਿ ਆਪਾਂ ਨੂੰ ਗੁਰ ਇਤਿਹਾਸ ਗੁਰਬਾਣੀ ਦੇ ਵਿਚਾਰ ਤੇ ਆਪਣੇ ਪੜ੍ਹਾਈ ਦੇ ਸੰਬੰਧ ਦੇ ਵਿੱਚ ਵੀ ਬਹੁਤ ਕੁਝ ਆਪਾਂ ਨੂੰ ਦੱਸ ਕੇ ਜਾਂਦੇ ਆ। ਆਪਾਂ ਬੜੇ ਲਾਹੇ ਲਏ ਆ ਸਾਰੇ। ਆਪਾਂ ਰੋਜ਼ਾਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਆਪਾਂ ਨੂੰ ਮਿਲ ਰਹੀ ਹੈ। ਸੋ ਅੱਜ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਹਾਂ। ਸੋ ਅੱਜ ਦੀ ਜੋ ਜਾਪ ਸੇਵਾ ਹੈ ਉਹ ਸਾਡੀ ਬਹੁਤ ਹੀ ਪਿਆਰੀ ਬੇਟੀ ਖੁਸ਼ਪ੍ਰੀਤ ਕੌਰ, ਜੋ ਬਠਿੰਡਾ ਤੋਂ ਆਪਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜੇਗੀ। ਖੁਸ਼ਪ੍ਰੀਤ ਕੌਰ, ਬਠਿੰਡਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਖੁਸ਼ਪ੍ਰੀਤ ਕੌਰ ਤੇ ਉਹਨਾਂ ਦੇ ਨਾਲ ਬੇਟਾ ਜੀ ਦਾ ਬਹੁਤ ਬਹੁਤ ਧੰਨਵਾਦ। ਬੜਾ ਆਨੰਦ ਆਇਆ ਜੀ। ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਬੱਚਿਆਂ ਨੇ ਗੁਰਸਿਮਰਨ ਗੁਰਮੰਤਰ ਦੇ ਨਾਲ ਜੋੜਿਆ ਜੀ। ਸੋ ਅੱਜ ਦੀ ਕੀਰਤਨ ਸੇਵਾ ਬੇਟੀ ਸੁਖਮਨਪ੍ਰੀਤ ਕੌਰ, ਰੋਪੜ, EPP ਨੰਬਰ 11165। ਸੋ ਬੱਚੀ ਬਹੁਤ ਹੀ ਸੋਹਣਾ ਕੀਰਤਨ ਕਰਦੀ ਹੈ। 9ਵੀਂ ਕਲਾਸ ਦੀ ਬੇਟੀ। ਸੋ ਜਿਸ ਦੇ ਨਾਲ ਗੱਲ ਹੋਈ, ਪਤਾ ਲੱਗਿਆ ਬੱਚੀ ਨੂੰ ਕਵਿਸਰੀ ਅਤੇ ਕਵਿਤਾਵਾਂ, ਧਾਰਮਿਕ ਗਤੀਵਿਧੀਆਂ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ। ਬੱਚੀ ਨੇ ਦੱਸਿਆ ਕਿ ਮੈਨੂੰ ਗੁਰਬਾਣੀ ਦੇ ਸ਼ਬਦ ਗਾਉਣ ਵਿੱਚ ਬੜਾ ਆਨੰਦ ਆਉਂਦਾ ਹੈ। ਸੋ 8ਵੀਂ ਕਲਾਸ ਦੇ ਵਿੱਚੋਂ ਬੱਚੀ ਨੇ 80+ ਨੰਬਰ ਲੈ ਕੇ ਪਾਸ ਕੀਤੀ ਹੈ ਜੀ 8ਵੀਂ ਕਲਾਸ। ਤਕਰੀਬਨ 4 ਬਾਣੀਆਂ ਕੰਠ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ 'ਚ ਰੱਖਣ, ਇਸੇ ਤਰ੍ਹਾਂ ਬਾਣੀ ਦੇ ਨਾਲ ਜੁੜੀ ਰਹੇ। ਆਓ ਆਪਾਂ ਸਾਰੇ ਬੇਟੀ ਕੋਲੋਂ ਕੀਰਤਨ ਦਾ ਆਨੰਦ ਮਾਣੀਏ ਜੀ, ਸਾਰੇ ਆਪਾਂ ਰਲ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਰਨ
समरथ तोरण तेरा को प्रभु नानक दे कर पथ आनंद गुणी निधान गुरु गरीब निवाज गरीब निवाज गरीब निवाज मेरे लालन की शोभा मेरे लालन की शोभा साधनव तन मन रंगी शोभा साधनव तन मन रंगी शोभा मेरे लालन की शोभा मेरे लालन की राम महेश सिद्ध मुनि इंदिरा राम महेश सिद्ध मुनि इंदिरा पद दान यश भंगी मेरे लालन की शोभा मेरे लालन की शोभा जोग ज्ञान ध्यान सीखना है जोग ज्ञान ध्यान सीखना है सगल तिरंगी मेरे लालन की शोभा मेरे लालन की शोभा नानक संतन बलिहारे नानक संतन बलिहारे जो प्रभु के सति संगी मेरे लालन की शोभा मेरे लालन की शोभा साधनव तन मन रंगी शोभा साधनव तन मन रंगी शोभा साधनव तन मन रंगी शोभा मेरे लालन की शोभा मेरे लालन मेरे लालन वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੇਟੀ ਸੁਖਮਨਪ੍ਰੀਤ ਕੌਰ ਜਿਨ੍ਹਾਂ ਨੇ ਆਪਾਂ ਨੂੰ ਰਾਗਾਂ ਦੇ ਵਿੱਚ ਮੇਰੇ ਲਾਲਨ ਕੀ ਸੋਭਾ ਸ਼ਬਦ ਦੇ ਨਾਲ ਜੋੜਿਆ। ਬਹੁਤ ਬਹੁਤ ਧੰਨਵਾਦ ਬੱਚੀ ਦਾ, ਬੱਚੀ ਦੇ ਪਰਿਵਾਰ ਦਾ, ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੀ ਨੂੰ ਜਿੱਥੇ ਬੱਚੀ ਪੜ੍ਹ ਰਹੀ ਹੈ ਨਾਲ ਨਾਲ ਗੁਰਬਾਣੀ ਕੀਰਤਨ ਦੇ ਵਿੱਚ ਜੁੜੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਹ ਪਰਿਵਾਰ ਗੁਰੂ ਚਰਨਾਂ ਨਾਲ ਜੁੜਿਆ ਰਹੇ, ਇਹੀ ਅਰਦਾਸ ਹੈ ਜੀ। ਸੋ ਜਿਸ ਤਰ੍ਹਾਂ ਆਪਣੇ ਕੋਲ ਰੋਜ਼ਾਨਾ ਕੋਈ ਨਾ ਕੋਈ ਵਿਦਵਾਨ ਬੁਲਾਰਾ ਆਪਾਂ ਨੂੰ ਆ ਕੇ ਚੰਗੀਆਂ ਚੰਗੀਆਂ ਗੱਲਾਂ, ਗੁਰ ਇਤਿਹਾਸ, ਗੁਰਬਾਣੀ ਦੀਆਂ ਬਰੀਕੀਆਂ ਤੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਬਾਰੇ ਸਮਝਾਉਂਦੇ ਨੇ।
ਤੇ ਨਾਲ ਬੱਚਿਆਂ ਨੂੰ ਪੜ੍ਹਾਈ ਬਾਰੇ ਵੀ ਦੱਸ ਰਹੇ ਨੇ। ਬਹੁਤ ਹੀ ਕੈਂਪ, ਜਿਸ ਤਰ੍ਹਾਂ ਦੁਨੀਆ ਦੇ ਵਿੱਚ ਅਫਰਾ ਤਫਰੀ ਮੱਚੀ ਹੋਈ ਸੀ ਕਿ ਕਰੋਨਾ ਆ ਗਿਆ, ਪਰ ਸ਼ਾਇਦ ਐਜੂਕੇਟ ਪੰਜਾਬ ਪ੍ਰੋਜੈਕਟ ਗੁਰੂ ਨਾਨਕ ਮਲਟੀਵਰਸਿਟੀ ਟਰਸਟ ਦੇ ਸਾਰੇ ਹੀ ਸੇਵਾਦਾਰਾਂ ਤੇ ਸਾਰੇ ਹੀ ਬੱਚਿਆਂ ਵਾਸਤੇ ਇਹ ਬਹੁਤ ਹੀ ਸੋਹਣਾ ਸਮਾਂ ਗੁਰੂ ਸਾਹਿਬ ਜੀ ਨੇ ਸਿਰਜ ਕੇ ਆਪਾਂ ਨੂੰ ਲਾਹੇ ਲੈਣ ਦਾ ਜਿਹੜਾ ਸਮਾਂ ਪ੍ਰਾਪਤ ਕੀਤਾ ਸੀਗਾ। ਸੋ ਆਪਾਂ ਲਾਹੇ ਲੈ ਰਹੇ ਹਾਂ ਜੀ। ਅੱਜ ਦਾ ਬੁਲਾਰਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ, ਭੈਣ ਅੰਮ੍ਰਿਤਪ੍ਰੀਤ ਕੌਰ ਜੀ, ਜੋ ਆਪਾਂ ਨੂੰ ਪਹਿਲਾਂ ਵੀ ਸਮੇਂ ਤੇ ਚੰਗੀਆਂ ਗੱਲਾਂ, ਚੰਗੀਆਂ ਸਿੱਖਿਆਵਾਂ ਆਪਾਂ ਨੂੰ ਦੱਸਦੇ ਰਹਿੰਦੇ ਨੇ। ਸੋ ਅੱਜ ਆਪਣੇ ਵਿਸ਼ੇ ਨਾਲ ਜੁੜਨਗੇ ਜੀ। ਸੋ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੂਹ ਟੀਮ ਵੱਲੋਂ ਉਹਨਾਂ ਦਾ ਧੰਨਵਾਦ। ਪਹੁੰਚਣ ਲਈ ਜੀ ਆਇਆਂ। ਸੋ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ, ਸਾਰੀ ਟੀਮ ਦਾ, ਸਾਰੇ ਗੁਰਮੁਖ ਪਿਆਰਿਆਂ ਦਾ, ਸਾਰੇ ਪਿਆਰੇ ਬੱਚਿਆਂ ਦਾ, ਜਿਨ੍ਹਾਂ ਨੇ ਫਿਰ ਤੋਂ ਸੰਗਤ ਦਾ ਦਰਸ਼ਨ ਕਰਨ ਵਾਸਤੇ ਮੌਕਾ ਬਖਸ਼ਿਆ। ਸਤਿਗੁਰ ਕਿਰਪਾ ਕਰਨ। ਉਮੀਦ ਕਰਦੀ ਹਾਂ ਆਪ ਦੇ ਸਾਰੇ ਬੜੀ ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਜਿਵੇਂ ਅਸੀਂ ਪਿਛਲੇ ਕੁਝ ਸਮੇਂ ਤੋਂ ਇੱਕ ਦੋ ਵਾਰ ਜੁੜੇ ਹਾਂ, ਅੱਜ ਵੀ ਅਸੀਂ ਕੋਸ਼ਿਸ਼ ਕਰਨੀ ਹੈ ਵੀ ਜਸਟ ਹੈਵ ਮੈਨੂੰ ਆਪ ਜੀ ਸ਼ੋਰ ਕਰ ਦਿਓ ਕਿੰਨਾ ਸਮਾਂ ਹੈਗਾ। ਮੈਨੂੰ ਕੱਲ ਵੀ ਜੀ ਨੇ 4:35 ਤੱਕ ਕਿਹਾ ਸੀਗਾ, ਤੇ ਆਪਣੇ ਕੋਲ ਸਮਾਂ ਕਿੰਨਾ ਹੈਗਾ। ਤੇ ਅਸੀਂ ਸਾਰੇ ਪਹਿਲੇ ਕੋਸ਼ਿਸ਼ ਕਰਦੇ ਹਾਂ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ, ਸਭ ਤੋਂ ਪਹਿਲਾਂ ਨਾ ਆਪ ਜੀ ਜਿੰਨੀ ਕਾਪੀ ਪੈਨਸਿਲ ਪੈਨ ਫੜੇ ਨੇ ਆਪਾਂ ਸਾਰੇ ਥੱਲੇ ਰੱਖ ਦਈਏ, ਸਾਰੇ ਜਿਹੜੇ ਥੱਲੇ ਰੱਖ ਦਈਏ। ਤੇ ਕੀਪ ਯੋਰ ਹੈਂਡਸ ਫ੍ਰੀ, ਆਪਣੇ ਹੱਥ ਆਪਾਂ ਵਿਹਲੇ ਰੱਖੀਏ ਤੇ ਸਾਰੇ ਜਾਣੇ ਆਪਣੇ ਅੱਖਾਂ ਬੰਦ ਕਰੋ ਤੇ ਅਸੀਂ 2 ਮਿੰਟ ਵਾਸਤੇ ਸਿਰਫ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਵਾਂਗੇ। ਤੇ ਫਿਰ ਅਸੀਂ ਬੜੇ ਪਿਆਰ ਦੇ ਨਾਲ ਸਿਰਫ ਛੋਟੀਆਂ ਜਿਵੇਂ ਅਸੀਂ ਪਹਿਲੇ ਗੱਲਾਂ ਕਰਦੇ ਹਾਂ ਉਦਾਂ ਹੀ ਆਪਾਂ ਗੱਲਾਂ ਕਰਾਂਗੇ। ਆਉਂਦਾ ਮੈਨੂੰ ਵੀ ਕੁਛ ਨਹੀਂ ਹੈ, ਪਰ ਅਸੀਂ ਗੁਰੂ ਸਾਹਿਬ ਤੋਂ ਮਿਲ ਕੇ ਆਪਣੀ ਝੋਲੀ ਦੇ ਵਿੱਚ ਉਹ ਦਾਤ ਲੈਣੀ ਹੈ। ਠੀਕ ਹੈ, ਸਾਰੇ ਜਣੇ ਪਲੀਜ਼ ਕੀਪ ਯੋਰ ਹੈਂਡਸ ਫ੍ਰੀ, ਆਪਣੇ ਹੱਥ ਤੋਂ ਸਾਰੀ ਕਾਪੀ ਪੈਨਸਿਲ ਛੱਡ ਦਿਓ ਤੇ ਅਸੀਂ ਸਾਰੇ ਆਪਣਾ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਨਾ ਤੇ 2 ਮਿੰਟ ਵਾਸਤੇ ਅਸੀਂ ਸਿਮਰਨ ਕਰਾਂਗੇ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ। ਹਮ ਆਪ ਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰੂ ਜੀ ਨੇ ਬਹੁਤ ਤਰਸ ਕੀਤਾ ਹੈ, ਬਹੁਤ ਰਹਿਮਤ ਕੀਤੀ ਹੈ। ਅੱਜ ਜਿਸ ਟੌਪਿਕ ਦੀ ਸੇਵਾ ਦਾਸ ਨੂੰ ਲਾਈ ਗਈ ਹੈ, ਜਿਸ ਟੌਪਿਕ ਉੱਪਰ ਆਪਾਂ ਵਿਚਾਰ ਕਰਨ ਲੱਗੇ ਹਾਂ, ਇਹ ਨਾ ਬੜਾ ਇੰਟਰਸਟਿੰਗ ਟੌਪਿਕ ਹੈ। ਯੂਜੂਅਲੀ ਅਸੀਂ ਜਦੋਂ ਆਪਣੇ ਜੀਵਨ ਦੇ ਵਿੱਚ, ਜਿਸ ਵੇਲੇ ਮੈਂ ਆਪਣੇ ਸਿੱਖ ਹੋਣ ਦੀ ਹੋਂਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਜਾਂ ਫਿਰ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਨਾ ਕਿ ਮੈਂ ਸਿੱਖ ਹਾਂ, ਤੇ ਉਦੋਂ ਨਾ ਦੋ ਚੀਜ਼ਾਂ ਸਾਡੇ ਦਿਮਾਗ 'ਚ ਆਉਂਦੀਆਂ ਨੇ ਕਿ ਸਿੱਖੀ ਮੇਰੇ ਵਾਸਤੇ ਭਾਰ ਤਾਂ ਨਹੀਂ। ਸੋ ਅੱਜ ਦਾ ਜੋ ਟੌਪਿਕ ਹੈ ਨਾ, ਉਹ ਟੌਪਿਕ ਹੈ ਸਿੱਖੀ, ਲਿਬਰੇਸ਼ਨ ਔਰ ਬਾਉਂਡੇਸ਼ਨ। ਕਿ ਜੋ ਮੇਰੀ ਸਿੱਖੀ ਹੈ, ਕਿ ਉਹ ਮੇਰੀ ਬਾਉਂਡੇਸ਼ਨ ਹੈ, ਕਿ ਉਹਨੇ ਮੈਨੂੰ ਕਿਸੇ ਸੀਮਾ ਦੇ ਵਿੱਚ ਬੰਨ੍ਹ ਦਿੱਤਾ ਹੈ, ਔਰ ਜਿੱਥੋਂ ਮੈਨੂੰ ਘੁਟਨ ਮਹਿਸੂਸ ਹੁੰਦੀ ਹੈ ਕਿ ਸਿੱਖੀ ਮੇਰੇ ਵਾਸਤੇ ਉਹ ਰਸਤਾ ਹੈ ਜਿਹਦੇ ਕਰਕੇ ਮੈਨੂੰ ਲਿਬਰੇਸ਼ਨ ਮਿਲ ਗਈ ਹੈ। ਲਿਬਰੇਸ਼ਨ ਹੁੰਦੀ ਹੈ ਇੱਕ ਆਜ਼ਾਦੀ ਮਿਲ ਜਾਣਾ, ਤੁਹਾਨੂੰ ਤੁਹਾਡੇ ਕਰਮਾਂ ਨੂੰ, ਤੁਹਾਡੇ ਥੋਟਸ ਨੂੰ ਇੱਕ ਨਵੀਂ ਐਨਰਜੀ ਮਿਲ ਜਾਣਾ। ਤੇ ਕੀ ਸਿੱਖੀ ਮੇਰੇ ਵਾਸਤੇ ਉਹਨਾਂ ਦੋਨਾਂ ਵਿੱਚੋਂ ਕੀ ਹੈ? ਤੇ ਮੈਂ ਜ਼ਰੂਰ ਚਾਹਾਂਗੀ ਕਿ ਆਪ ਜੀ ਸਾਰੇ ਨਾ ਕੋਸ਼ਿਸ਼ ਕਰੋ ਕਿ ਆਪ ਜੀ ਆਪਣਾ ਧਿਆਨ ਨਾ ਸੁਣਨ ਵੱਲ ਜ਼ਿਆਦਾ ਲਗਾਓ, ਰਾਦਰ ਦੈਨ ਮੈਂ ਦੇਖ ਪਾ ਰਹੀ ਹਾਂ ਵੀਡੀਓ ਵਿੱਚ ਬੱਚੇ ਆਪ ਜੀ ਸਾਰੇ ਲਿਖੀ ਜਾ ਰਹੇ ਹੋ ਜੋ ਮੈਂ ਬੋਲ ਰਹੀ ਹਾਂ। ਤੇ ਆਪਾਂ ਲਿਖਣਾ ਵੀ ਹੈ ਜੋ ਇੰਪੋਰਟੈਂਟ ਹੋਵੇ, ਠੀਕ ਹੈ, ਪਰ ਆਪਾਂ ਧਿਆਨ ਰੱਖਣਾ ਹੈ ਕਿ ਕੀ ਬੋਲਿਆ ਜਾ ਰਿਹਾ ਹੈ, ਠੀਕ ਹੈ ਜੀ। ਹੁਣ ਸਾਨੂੰ ਨਾ ਸਮਝਣ ਦੀ ਬਹੁਤ ਵੱਡੀ ਲੋੜ ਹੈ ਕਿ ਮੇਰੀ ਲਾਈਫ ਦੇ ਵਿੱਚ ਅਸੀਂ ਨਾ ਸਾਰਿਆਂ ਨੇ ਜਦੋਂ ਅਸੀਂ ਐਂਗਰ ਵਾਲਾ ਟੌਪਿਕ ਕੀਤਾ ਸੀ, ਜੇਕਰ ਆਪ ਜੀ ਨੂੰ ਯਾਦ ਹੋਵੇ, ਜੇ ਸਭ ਨੂੰ ਯਾਦ ਹੋਵੇ, ਤੇ ਅਸੀਂ ਇੱਕ ਟੌਪਿਕ ਕੀਤਾ ਸੀਗਾ ਕਿ ਮੈਨੂੰ ਆਪਣੇ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਹੈ। ਐਂਗਰ ਮੈਨੇਜਮੈਂਟ ਦੇ ਉੱਪਰ ਅਸੀਂ ਗੱਲ ਕੀਤੀ ਸੀ। ਉਦੋਂ ਨਾ ਅਸੀਂ ਇੱਕ ਗੱਲ ਕੀਤੀ ਸੀ, ਇੱਕ ਟ੍ਰਿਕ ਸੋਚੀ ਸੀ, ਟ੍ਰਿਕ ਅਪਣਾਈ ਸੀ ਕਿ ਚੀਜ਼ ਜੋ ਵੀ ਹੁੰਦੀ ਹੈ ਨਾ, ਉਹ ਸਭ ਹੁੰਦੀ ਹੈ ਮੇਰੇ ਪਰਸਪੈਕਟਿਵਸ ਕਰਕੇ। ਹੁਣ ਦੇਖੋ, ਫॉर एग्जाम्पल ਹੁਣ ਆਪਾਂ ਇੱਕ ਐਗਜ਼ਾਮਪਲ ਤੋਂ ਸਮਝਦੇ ਹਾਂ। ਇੱਕ ਮੇਰੇ ਵਰਗਾ ਇਨਸਾਨ ਹੈ ਜਿੰਨੇ ਕੋਲ ਅੱਖਾਂ ਤੇ ਨੇ, ਆਈਸ ਤੇ ਨੇ, ਪਰ ਉਹ ਜਦੋਂ ਦਾ ਪੈਦਾ ਹੋਇਆ ਨਾ, ਉਹਨੇ ਕਦੀ ਅੱਖਾਂ ਖੋਲੀਆਂ ਹੀ ਨਹੀਂ। ਜਦੋਂ ਦਾ ਕੋਈ ਬੱਚਾ ਹੈ, ਉਹ ਜਦੋਂ ਦਾ ਪੈਦਾ ਹੋਇਆ ਸੀ ਨਾ, ਉਹਨੇ ਅੱਖਾਂ ਹੀ ਨਹੀਂ ਖੋਲੀਆਂ। ਸ਼ੁਰੂ ਤੋਂ ਉਹਦੀਆਂ ਅੱਖਾਂ ਬੰਦ ਹੀ ਨੇ, ਠੀਕ ਹੈ, ਤੇ ਉਹਨੂੰ ਪਤਾ ਹੀ ਨਹੀਂ ਕਿ ਚਾਨਣ ਕੀ ਹੁੰਦਾ ਹੈ। ਉਹਨੇ ਕਿਸੇ ਨੂੰ ਕਿਹਾ ਕਿ ਦੇਖ ਭਾਈ, ਤੇਰਾ ਤੇ ਮੈਨੂੰ ਪਤਾ ਨਹੀਂ, ਪਰ ਮੇਰੇ ਵਾਸਤੇ ਤੇ ਸਾਰੀ ਦੁਨੀਆ ਹੈ ਨਾ ਜਿਹੜੀ, ਉਹ ਹਨੇਰਾ ਹੀ ਹੈ। ਕਿ ਜੋ ਡਾਰਕਨੈਸ ਹੈ, ਡਾਰਕਨੈਸ ਇਜ਼ ਮਾਈ ਲਾਈਫ, ਆਈ ਡੋਂਟ ਹੈਵ ਐਨੀਥਿੰਗ ਇਨ ਮਾਈ ਲਾਈਫ, ਜੋ ਵੀ ਹੈ ਸਿਰਫ ਡਾਰਕਨੈਸ ਹੀ ਹੈਗੀ ਹੈ, ਸਿਰਫ ਹਨੇਰਾ ਹੀ ਹੈਗਾ। ਤੇ ਕੀ ਕੋਈ ਭਲਿਆ ਪੁਰਖ ਮੈਨੂੰ ਮਿਲਿਆ, ਤੇ ਉਸ ਭਲੇ ਪੁਰਖ ਨੇ ਕੀ ਕੀਤਾ ਹੈ, ਉਹਦੇ ਹੱਥ ਵਿੱਚ ਨਾ ਇੱਕ ਦੀਵਾ ਜਗਾ ਕੇ ਦਿੱਤਾ। ਇੱਕ ਦੀਵਾ, ਇੱਕ ਲੈਂਪ ਉਹਨੇ ਜਗਾਇਆ ਔਰ ਉਹਦੇ ਹੱਥ ਵਿੱਚ ਉਹਨੇ ਦਿੱਤਾ। ਹੁਣ ਅਸੀਂ ਇਹਨੂੰ ਆਪਣੀ ਲਾਈਫ ਦੇ ਨਾਲ ਕੰਪੇਅਰ ਕਰਨਾ। ਮੈਂ ਇੱਕ ਉਹ ਬੱਚਾ ਜਿਹਨੇ ਕਦੇ ਬਚਪਨ ਤੋਂ ਆਪਣੀਆਂ ਅੱਖਾਂ ਨਹੀਂ ਖੋਲੀਆਂ। ਮੇਰੇ ਵਾਸਤੇ ਜੀਵਨ ਸਿਰਫ ਹਨੇਰਾ ਸੀ, ਅੰਧੇਰਾ ਸੀ, ਹਨਾ। ਜਿਸ ਵੇਲੇ ਮੈਨੂੰ ਕਿਸੇ ਨੇ ਉਹ ਗਿਆਨ ਦਾ, ਉਹ ਨਾਮ ਦਾ ਦੀਵਾ ਜਦੋਂ ਜਗਾ ਕੇ ਦਿੱਤਾ, ਹੁਣ ਇਹ ਪਰਸਪੈਕਟਿਵ ਹੈ, ਜਿਸਨੇ ਦੀਵਾ ਫੜਿਆ, ਜਿਸਨੂੰ ਦੀਵਾ ਦਿੱਤਾ ਗਿਆ, ਜੇ ਤੇ ਉਹ
ਜੇ ਤੇ ਉਹ ਚਾਵੇ ਤੇ ਉਹ ਅੱਖਾਂ ਦੀਵੇ ਨੂੰ ਦੇਖਦਿਆਂ ਹੋਇਆਂ ਵੀ ਉਹ ਅੱਖਾਂ ਨਹੀਂ ਖੋਲੇ ਤੇ ਉਹ ਫਿਰ ਵੀ ਪੂਰੀ ਜ਼ਿੰਦਗੀ ਹਨੇਰੇ 'ਚ ਹੀ ਰਹੇਗਾ। ਪਰ ਉਹਦੇ ਕੋਲ ਇਹ ਵੀ ਚੋਇਸ ਹੈ, ਜੇ ਉਹ ਉਸ ਦੀਵੇ ਦੇ ਨਾਲ ਆਪਣੇ ਕਿਤੇ ਡਿੱਗ ਜਾਵੇ, ਉਹੀ ਦੀਵਾ ਉਹਨੂੰ ਜਲਾ ਸਕਦਾ ਹੈ। ਉਸ ਦੀਵੇ 'ਚ ਇੰਨੀ ਪਾਵਰ ਹੈ ਕਿ ਉਹ ਦੀਵਾ ਉਹਨੂੰ ਜਲਾ ਸਕਦਾ ਹੈ। ਉਹ ਦੀਵੇ ਵਿੱਚ ਇੰਨੀ ਪਾਵਰ ਹੈ ਕਿ ਅਗਰ ਉਹ ਅੱਖਾਂ ਨਹੀਂ ਖੋਲਦਾ ਹੈ ਤੇ ਉਹ ਦੀਵੇ ਦੇ ਨਾਲ ਵੀ ਖੂਹ ਵਿੱਚ ਡਿੱਗਣਾ ਚਾਹੇ ਤੇ ਖੂਹ ਵਿੱਚ ਡਿੱਗ ਸਕਦਾ ਹੈ। ਪਰ ਇਹਦੇ ਵਿੱਚ ਉਸ ਦੀਵੇ ਦਾ ਕੋਈ ਕਸੂਰ ਨਹੀਂ। ਜਿਸ ਨੇ ਉਹ ਦੀਵਾ ਫੜਿਆ, ਜੇਕਰ ਉਹਨੇ ਆਪਣੀਆਂ ਅੱਖਾਂ ਖੋਲੀਆਂ ਹੁੰਦੀਆਂ, ਉਸ ਦੀਵੇ ਨੂੰ ਦੀ ਰੋਸ਼ਨੀ ਨੂੰ ਮਾਣਿਆ ਹੁੰਦਾ ਤੇ ਕਦੇ ਵੀ ਉਹ ਆਪਣੇ ਜੀਵਨ ਨੂੰ ਹਨੇਰਾ ਨਹੀਂ ਕਹਿੰਦਾ, ਹਨੇਰਾ ਨਹੀਂ ਸਮਝਦਾ। ਇਸੇ ਪ੍ਰਕਾਰ ਅਸੀਂ ਸਾਰਿਆਂ ਨੇ ਨਾ ਸਿੱਖੀ ਨੂੰ ਸਮਝਣਾ। ਅਸੀਂ ਜਦੋਂ ਇਸ ਦੁਨੀਆ 'ਚ, ਇਸ ਜੀਵਨ 'ਚ ਆਏ ਨਾ, ਤੇ ਸਾਡੇ ਵਾਸਤੇ ਇਹ ਜੋ ਵੀ ਆਸ-ਪਾਸ ਹੈ ਨਾ, ਇਹ ਸਿਰਫ ਹਨੇਰਾ ਹੀ ਹੈ। ਮਹਾਰਾਜ ਕਹਿੰਦੇ ਕਿ ਨਾਮ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਜੋ ਵੀ ਹੈ ਨਾ, ਸਭ ਮਾਇਆ ਦਾ ਸਰੂਪ ਹੈ, ਸਭ ਮਾਇਆ ਦਾ ਸਰੂਪ ਹੈ ਨਾ, ਤੇ ਸਭ ਹਨੇਰਾ ਹੀ ਹੈ। ਤੇ ਜੋ ਸਾਰਾ ਹਨੇਰਾ ਹੈ ਤੇ ਸਤਿਗੁਰਾਂ ਨੇ ਉੱਥੇ ਸਾਨੂੰ ਇੱਕ ਲੌ ਦਿੱਤੀ ਹੈ, ਉੱਥੇ ਸਾਨੂੰ ਇੱਕ ਦੀਵਾ ਦਿੱਤਾ ਹੈ। ਹੁਣ ਉਹ ਦੀਵਾ ਜਦ ਮੇਰੇ ਹੱਥ ਵਿੱਚ ਹੈ ਨਾ, ਤੇ ਮੇਰੇ ਵਰਗਾ ਬੰਦਾ ਇਹ ਕਹੀ ਜਾਵੇ ਕਿ ਕਈ ਵਾਰ ਨਾ ਬੱਚੇ ਸਵਾਲ ਕਰਦੇ ਆ ਕਿ ਹੁਣ ਰੋਜ਼-ਰੋਜ਼ ਪਾਠ ਕਿਉਂ ਕਰਨਾ ਹੈ, ਹਨਾ? ਸਾਡੇ ਮਨ 'ਚ ਕਦੀ ਆਉਂਦਾ ਹੁਣ ਯਾਰ ਹੁਣ ਫਿਰ ਤੋਂ ਰੋਜ਼ ਸਵੇਰੇ ਉੱਠ ਕੇ ਪਾਠ ਕਰਨਾ ਪਏਗਾ, ਹਨਾ? ਮੈਂ ਨਹੀਂ ਅੰਮ੍ਰਿਤ ਛਕਣਾ, ਰੋਜ਼ ਪਾਠ ਕਰਨਾ ਪੈਂਦਾ। ਮੈਂ ਨਹੀਂ ਅੰਮ੍ਰਿਤ ਛਕਣਾ, ਰੋਜ਼ ਗੁਰਦੁਆਰੇ ਜਾਣਾ ਪੈਂਦਾ। ਮੈਂ ਨਹੀਂ ਅੰਮ੍ਰਿਤ ਛਕਣਾ, ਸ਼ਾਮ ਨੂੰ ਫਿਰ ਤੋਂ ਪਾਠ ਕਰਨਾ ਪੈਂਦਾ, ਰਾਤ ਨੂੰ ਫਿਰ ਤੋਂ ਪਾਠ ਕਰਨਾ ਪੈਂਦਾ। ਲੈ, ਜੇ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਮੂਵੀਜ਼ ਨਹੀਂ ਦੇਖ ਸਕਦਾ, ਜੇ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਆਹ ਕੰਮ ਨਹੀਂ ਕਰ ਸਕਦਾ, ਜੇ ਮੈਂ ਤਾਂ ਅੰਮ੍ਰਿਤ ਛਕ ਲਿਆ ਤੇ ਮੈਂ ਉਹ ਕੰਮ ਨਹੀਂ ਕਰ ਸਕਦਾ। ਅਸੀਂ ਜ਼ਿਆਦਾਤਰ ਇਹ ਸਵਾਲ ਪੁੱਛਦੇ ਹਾਂ, ਸਾਡੇ ਦਿਮਾਗ 'ਚ ਆਉਂਦਾ ਹੋਏਗਾ ਕਦੀ-ਕਦੀ, ਅੱਜ ਨਹੀਂ ਮੇਰਾ ਮਨ ਕਰ ਰਿਹਾ ਪਾਠ ਕਰਨ ਨੂੰ। ਇੱਕ ਵਾਰ ਨਾ ਕਿਸੇ ਨੇ ਸਵਾਲ ਕੀਤਾ ਸਾਨੂੰ, ਕਹਿੰਦੇ ਇੱਕ ਬੱਚਾ ਸੀਗਾ, ਕਹਿੰਦੇ ਕਿ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਤੇ ਬੜਾ ਸੈਲਫਲੈਸ ਹੈਗਾ। ਆਪਾਂ ਯੂਜ਼ਲੀ ਕਹਿੰਦੇ ਕਿ ਪਰਮਾਤਮਾ ਬੜਾ ਵੱਡਾ ਹੈ, ਪਰਮਾਤਮਾ ਬੜਾ ਸੈਲਫਲੈਸ ਹੈ, ਉਹ ਸਾਰਿਆਂ ਦੇ ਉੱਪਰ ਦਇਆ ਕਰਦਾ ਹੈ, ਸਾਰਿਆਂ ਨੂੰ ਪਿਆਰ ਕਰਦਾ ਹੈ। ਇੱਕ ਬੱਚਾ ਸੀ ਸਵਾਲ ਕਰਦਾ, ਕਹਿੰਦਾ ਕਿ ਤੁਸੀਂ ਤੇ ਕਹਿੰਦੇ ਹੋ ਪਰਮਾਤਮਾ ਬੜਾ ਸੈਲਫਲੈਸ ਹੈਗਾ, ਪਰ ਫਿਰ ਪਰਮਾਤਮਾ ਬਾਰ-ਬਾਰ ਇਹ ਕਿਉਂ ਕਹਿੰਦਾ ਕਿ ਮੈਨੂੰ ਯਾਦ ਕਰੋ? ਪਰਮਾਤਮਾ ਨਾ ਬੜਾ ਚਲਾਕ ਹੈਗਾ, ਉਹ ਨਾ ਆਪਣੀ ਹਉਮੈ ਨੂੰ ਪੱਠੇ ਪਾਉਂਦਾ ਹੈ। ਪਰਮਾਤਮਾ ਤੇ ਬਾਰ-ਬਾਰ ਕਹਿੰਦਾ ਨਾ ਕਿ ਮੈਨੂੰ ਵੱਡਾ ਕਹੋ, ਮੈਨੂੰ ਵੱਡਾ ਕਹੋ। ਕਹਿੰਦਾ ਰੋਜ਼-ਰੋਜ਼ ਪਾਠ ਕਰਨਾ ਕੀ ਹੋਏਗਾ? ਰੋਜ਼-ਰੋਜ਼ ਪਾਠ ਕਰਨਾ ਕੀ ਹੋਏਗਾ? ਆਪਾਂ ਇਹ ਤਾਂ ਪਾਠ ਕਰਨਾ ਹੈ ਕਿਉਂਕਿ ਪਰਮਾਤਮਾ ਚਾਹੁੰਦਾ ਹੈ ਕਿ ਮੈਨੂੰ ਬਾਰ-ਬਾਰ ਵੱਡਾ ਕਹੋ? ਨਹੀਂ। ਅਸੀਂ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਨਾ, ਤੇ ਉਹਦੇ ਵਿੱਚ ਮਹਾਰਾਜ ਸਾਨੂੰ ਬਿਆਨ ਕਰਦੇ, ਕਹਿੰਦੇ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ, ਘਾਟ ਨਾ ਜਾਏ। ਮਹਾਰਾਜ ਕਹਿੰਦੇ ਕਿ ਜੇ ਅਸੀਂ ਸਾਰੀ ਸ੍ਰਿਸ਼ਟੀ ਮਿਲ ਕੇ, ਜਿੰਨੇ ਵੀ ਲੋਕ ਦੁਨੀਆ 'ਚ ਨੇ, ਜਿੰਨੇ ਵੀ ਜੀਵ ਜੰਤੂ ਨੇ, ਜਿੰਨੇ ਵੀ ਪਲਾਂਟਸ ਨੇ, ਐਨੀਮਲਸ ਨੇ, ਜੋ ਵੀ ਕੋਈ ਹੈ ਨਾ, ਅਸੀਂ ਸਭ ਮਿਲ ਕੇ ਵੀ ਜੇਕਰ ਪਰਮਾਤਮਾ ਦੇ ਗੁਣ ਗਾਨ, ਪਰਮਾਤਮਾ ਦੀ ਪ੍ਰੇਜ਼ ਕਰਨੀ ਸ਼ੁਰੂ ਕਰ ਦਈਏ ਨਾ, ਪਰਮਾਤਮਾ ਨੇ ਵੱਡਾ ਨਹੀਂ ਹੋਣਾ। ਤੇ ਜੇ ਸਭ ਜਾ ਕੇ ਪਰਮਾਤਮਾ ਨੂੰ ਗੰਦਾ ਬੋਲਣਾ ਸ਼ੁਰੂ ਕਰ ਜਾਈਏ ਤੇ ਪਰਮਾਤਮਾ ਨੇ ਛੋਟਾ ਨਹੀਂ ਹੋਣਾ। ਤੇ ਫਿਰ ਪਰਮਾਤਮਾ ਦਾ ਕੀ ਫਾਇਦਾ ਤੇ ਕੀ ਨੁਕਸਾਨ ਸਾਡੇ ਉਹਨੂੰ ਯਾਦ ਕੀਤੇ ਦੇ ਨਾਲ। ਹੁਣ ਨਾ ਅਸੀਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਵੀ ਜਦੋਂ ਰਹਿੰਦੇ ਆ ਬੱਚੇ, ਹਨਾ, ਸਾਰੇ ਜਾਣਦੇ ਮਾਤਾ ਪਿਤਾ ਕਈ ਵਾਰ ਘਰ 'ਚ ਬਜ਼ੁਰਗ ਨਾ ਇਹ ਫਰੇਜ਼ ਯੂਜ਼ ਕਰਦੇ ਹੁੰਦੇ ਆ, ਇਹ ਕਹਾਵਤ ਯੂਜ਼ ਕਰਦੇ ਹੁੰਦੇ, ਜੈਸੀ ਸੰਗਤ ਤੈਸੀ ਰੰਗਤ, ਹਨਾ? ਕਿ ਜਦੋਂ ਅਸੀਂ ਕਿਸੇ ਵੱਡੇ ਦੇ ਗੁਣ ਗਾਉਂਦੇ ਆ ਨਾ, ਅਸੀਂ ਪਰਮਾਤਮਾ ਨੂੰ ਇਸ ਕਰਕੇ ਨਹੀਂ ਯਾਦ ਕਰਦੇ ਕਿ ਪਰਮਾਤਮਾ ਨੇ ਵੱਡਾ ਹੋ ਜਾਣਾ, ਨਹੀਂ। ਅਸੀਂ ਸਿਰਫ ਇਸ ਕਰਕੇ ਯਾਦ ਕਰਦੇ ਹਾਂ ਕਿ ਸ਼ਾਇਦ ਵੱਡੇ ਕੀਆਂ ਵਡਿਆਈਆਂ ਕਹਿ ਕੇ ਸ਼ਾਇਦ ਮੈਂ ਵੀ ਥੋੜਾ ਜਿਹਾ ਵੱਡਾ ਹੋ ਜਾਵਾਂ। ਸ਼ਾਇਦ ਪਰਮਾਤਮਾ ਨੂੰ ਯਾਦ ਕਰਕੇ, ਪਰਮਾਤਮਾ ਨੂੰ ਚੇਤਾ ਕਰਦੇ ਕਰਦੇ ਸ਼ਾਇਦ ਕਿਤੇ ਮੇਰੇ ਅੰਦਰ ਵੀ ਉਹ ਕਿਣਕਾ ਜਿਹੜਾ ਵਾਹਿਗੁਰੂ ਜੀ ਦੀ ਪ੍ਰੀਜ਼ ਹੈ ਨਾ। ਹੁਣ ਅਸੀਂ ਯੂਜਲੀ ਇੱਕ ਚੀਜ਼ ਦੇ ਬਾਰੇ ਗੱਲ ਕਰੀਏ, ਲਾਈਫ ਹੈ ਨਾ ਸਾਡੀ ਜਿਹੜੀ, ਇਹਦੇ ਵਿੱਚ ਦੋ ਚੀਜ਼ਾਂ ਸਤਿਗੁਰੂ ਜੀ ਨੇ ਸਾਡੇ ਹੱਥ ਵਿੱਚ ਦਿੱਤੀਆਂ ਹੋਈਆਂ ਨੇ, ਦੋ ਚੀਜ਼ਾਂ। ਅਸੀਂ ਉਸ ਦਿਨ ਗੱਲ ਕੀਤੀ ਸੀ ਕਿ ਸਿੱਖ ਦੇ ਕੋਲ ਦੋ ਚੀਜ਼ਾਂ ਨੇ। ਸਿੱਖ ਕੀ ਕਰ ਸਕਦਾ ਹੈ ਆਪਣੇ ਗੁਰੂ ਵਾਸਤੇ? ਸਾਰੇ ਨੇ ਨੋਟਸ ਬਣਾਏ ਹੋਏ ਸੀ, ਹਨਾ? ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਸਿੱਖ ਗੁਰੂ ਦੇ ਸਾਹਮਣੇ ਦੋ ਚੀਜ਼ਾਂ ਕਰ ਸਕਦਾ ਹੈ। ਇੱਕ ਉਹਦੇ ਕੋਲ ਹੈ ਉਦਮ, ਦੂਸਰਾ ਹੈ ਅਰਦਾਸ। ਪਰ ਇੱਕ ਚੀਜ਼ ਹੋਰ ਹੈ ਸਿੱਖ ਕੋਲ, ਜੋ ਗੁਰੂ ਸਾਹਿਬ ਨੇ ਨਾ ਸਿਰਫ ਸਿੱਖ ਨੂੰ ਨਹੀਂ, ਹਰ ਇਨਸਾਨ ਨੂੰ ਗੁਰੂ ਸਾਹਿਬ ਨੇ ਇੱਕ ਚੀਜ਼ ਬਖਸ਼ੀ ਹੋਈ ਹੈ, ਉਹ ਹੈ ਸੋਚਣ ਦੀ ਸ਼ਕਤੀ। ਅਸੀਂ ਸੋਚ ਸਕਦੇ ਹਾਂ।
ਸਾਡੇ ਔਰ ਐਨੀਮਲਸ ਦੇ ਵਿੱਚ ਕੀ ਫਰਕ ਹੈ, ਅਸੀਂ ਸੋਚ ਸਕਦੇ ਹਾਂ। ਹੁਣ ਦੇਖੋ, ਜਿਹਨੂੰ ਕਿਸੇ ਨੂੰ ਕੋਈ ਇੱਕ ਚੀਜ਼ ਚਾਹੀਦੀ ਹੈ, ਅਸੀਂ ਖੁਸ਼ੀ ਦੀ ਗੱਲ ਕਰਦੇ ਹਾਂ, ਪਰਸੈਪਸ਼ਨਸ ਦੀ ਗੱਲ ਕਰਦੇ ਹਾਂ। ਜੇ ਮੈਨੂੰ ਲੱਗਦਾ ਹੈ ਕਿ ਸਿੱਖੀ ਮੇਰੇ ਵਾਸਤੇ ਬਾਉਂਡਰੀ ਹੈ, ਹੁਣ ਫੋਰ ਐਗਜ਼ਾਮਪਲ ਮੇਰੇ ਜਿੰਨੇ ਵੀ ਫਰੈਂਡਸ ਨੇ ਸਾਰਿਆਂ ਦੇ ਕੋਲ ਬ੍ਰਾਂਡਡ ਕੱਪੜੇ ਨੇ, ਠੀਕ ਹੈ, ਪਰ ਮੇਰੇ ਕੋਲ ਨਹੀਂ ਹੈਗੇ, ਹੈਨਾ। ਤੇ ਮੈਂ ਆਪਣੀ ਲਾਈਫ ਵਿੱਚ ਕੀ ਸੋਚਦੀ ਹਾਂ ਕਿ ਯਾਰ ਕਾਸ਼ ਮੈਂ ਵੀ ਉਦਾਂ ਦੇ ਕੱਪੜੇ ਪਾਉਂਦੀ, ਕਾਸ਼ ਮੇਰੇ ਕੋਲ ਵੀ ਇਹ ਚੀਜ਼ ਹੁੰਦੀ, ਕਾਸ਼ ਮੇਰੇ ਕੋਲ ਵੀ ਇਹ ਚੀਜ਼ ਹੁੰਦੀ। ਇਹ ਅਸੀਂ ਸੋਚਦੇ ਹਾਂ ਨਾ ਜਦੋਂ ਸਾਡੇ ਕੋਲ ਕੋਈ ਚੀਜ਼ ਨਹੀਂ ਹੁੰਦੀ, ਪਰ ਇਹ ਨਾ ਸਿਰਫ ਅਸੀਂ ਸੋਚਦੇ ਹਾਂ। ਥੋੜਾ ਜਿਹਾ ਇਹਨੂੰ ਚੇਂਜ ਕਰਕੇ ਦੇਖੀਏ। ਇਮੈਜਿਨ ਕਰੋ ਮੇਰੇ ਕੋਲ ਕੋਈ ਚੀਜ਼ ਨਹੀਂ ਹੈ ਜੋ ਮੇਰੇ ਫਰੈਂਡ ਕੋਲ ਹੈ, ਪਰ ਮੈਂ ਇਹ ਚੀਜ਼ ਸੋਚਾਂ ਕਿ ਵਾਹਿਗੁਰੂ ਜੀ, ਹੋ ਸਕਦਾ ਹੈ ਜੇਕਰ ਤੁਸੀਂ ਮੈਨੂੰ ਉਹ ਵਾਲੇ ਕੱਪੜੇ ਪਾਉਣ ਨੂੰ ਦਿੱਤੇ ਹੁੰਦੇ ਤਾਂ ਮੈਂ ਤੁਹਾਨੂੰ ਯਾਦ ਨਾ ਕਰਦੀ। ਹੋ ਸਕਦਾ ਹੈ ਵਾਹਿਗੁਰੂ ਜੀ, ਜੇ ਤੁਸੀਂ ਮੈਨੂੰ ਉਹ ਵਾਲੇ ਕੱਪੜੇ ਪਾਉਣ ਨੂੰ ਦਿੱਤੇ ਹੁੰਦੇ, ਠੀਕ ਹੈ, ਉਹਦੇ ਨਾਲ ਮੈਨੂੰ ਉਹ ਵਾਲੇ ਕੱਪੜਿਆਂ ਦੇ ਵਿੱਚ ਮੇਰੀ ਬੋਡੀ ਨੂੰ ਕੋਈ ਪ੍ਰੋਬਲਮ ਹੁੰਦੀ, ਮੈਨੂੰ ਉਹ ਕੱਪੜੇ ਸੋਹਣੇ ਨਹੀਂ ਲੱਗਦੇ, ਹੈਨਾ। ਮਤਲਬ ਜੇ ਤੁਸੀਂ ਮੈਨੂੰ ਉਹ ਨਹੀਂ ਦਿੱਤੇ ਨਾ, ਪੱਕਾ ਫੋਰ ਸ਼ੋਰ ਹੈ 100% ਉਹਦੇ ਵਿੱਚ ਮੇਰਾ ਹੀ ਭਲਾ ਹੈਗਾ। ਉੱਥੋਂ ਦੇਖੋ ਜਿਹੜਾ ਪਰਸੈਪਸ਼ਨ ਹੈ ਨਾ ਸੇਮ ਚੀਜ਼ ਨੂੰ ਲੈ ਕੇ, ਜਿਸ ਵੇਲੇ ਅਸੀਂ ਨੈਗੇਟਿਵ ਹੁੰਨੇ ਆ ਨਾ, ਜਿਸ ਵੇਲੇ ਅਸੀਂ ਨੈਗੇਟਿਵ ਹੁੰਨੇ ਆ, ਉਸ ਵੇਲੇ ਜੋ ਮੇਰੀ ਸੈਲਫ ਰਿਸਪੈਕਟ ਔਰ ਸੈਲਫ ਕੰਟਰੋਲ ਹੁੰਦਾ ਨਾ, ਉਹ ਬਹੁਤ ਡਿੱਗ ਜਾਂਦਾ ਹੈ, ਬਹੁਤ ਡਿੱਗ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ, ਅਸੀਂ ਪਰਮਾਤਮਾ ਤੇ ਨਾ ਭਰੋਸਾ ਛੱਡ ਦਿੰਦੇ ਹਾਂ। ਜਿੰਨਾ ਅਸੀਂ ਪਰਮਾਤਮਾ ਤੇ ਭਰੋਸਾ ਵਧਾਵਾਂਗੇ ਨਾ, ਸਾਡੇ ਅੰਦਰ ਦੀ ਜਿਹੜੀ ਕਾਮਨਾ ਹੈ ਨਾ, ਉਹ ਓਨੀ ਘਟੇਗੀ। ਕਿਉਂਕਿ ਜਿਸ ਵੇਲੇ ਅਸੀਂ ਸ਼ੁਕਰ ਵਿੱਚ ਜਾਵਾਂਗੇ ਨਾ ਕਿ ਪਰਮਾਤਮਾ ਨੇ ਜੋ ਦਿੱਤਾ ਨਾ ਉਹੀ ਚੰਗਾ ਹੈ, ਜਿੱਥੇ ਰੱਖਿਆ ਨਾ ਉਹੀ ਚੰਗਾ ਹੈ। ਪਰਮਾਤਮਾ ਜੀ ਨੂੰ, ਵਾਹਿਗੁਰੂ ਜੀ ਨੂੰ ਕੁਛ ਨਹੀਂ ਚਾਹੀਦਾ। ਪਰ ਹਾਂ ਦੇਖੋ, ਜੇਕਰ ਮੈਂ ਬਾਰ-ਬਾਰ ਸੋਚੀ ਜਾਵਾਂ ਕਿ ਇਸ ਬੰਦੇ ਕੋਲ ਇਹ ਹੈਗਾ, ਉਸ ਬੰਦੇ ਕੋਲ ਇਹ ਹੈਗਾ, ਉਸ ਬੰਦੇ ਕੋਲ ਇਹ ਹੈਗਾ, ਉਹ ਤੇ ਬੜਾ ਖੁਸ਼ ਹੈ, ਉਹਨੂੰ ਤੇ ਬੜਾ ਕੁਛ ਮਿਲ ਰਿਹਾ ਜ਼ਿੰਦਗੀ 'ਚ, ਉਹ ਤੇ ਬੜਾ ਖੁਸ਼ ਹੈ। ਮੇਰੇ ਜੀਵਨ ਦੇ ਵਿੱਚ ਕਿੰਨੀ ਸਾਰੀ ਟੈਨਸ਼ਨ ਪੈ ਜਾਏਗੀ, ਮੇਰੇ ਕੋਲ ਸੋਚਣ ਵਾਸਤੇ ਕਿੰਨਾ ਕੁਝ ਆ ਗਿਆ, ਹਨਾ। ਹੁਣ ਮੈਨੂੰ ਹੈਗਾ ਕਿ ਮੈਨੂੰ ਸ਼ਾਇਦ ਉਹ ਵੀ ਮਿਲ ਜਾਏ। ਅਗਰ ਮੈਂ ਇੱਕ ਬੰਦੇ ਦਾ ਨੋਟ ਕਰਨਾ ਸ਼ੁਰੂ ਕੀਤਾ, ਫਿਰ ਸ਼ਾਇਦ ਮੈਂ ਦੂਜੇ ਕਿਸੇ ਦਾ ਵੀ ਨੋਟ ਕਰਾਂ, ਤੀਸਰੇ ਕਿਸੇ ਦਾ ਵੀ ਨੋਟ ਕਰਾਂ। ਮੇਰੇ ਪਿੰਡ ਦੇ ਵਿੱਚ ਨਾਲ ਵਾਲੇ ਘਰ ਨੇ, ਘਰ ਵਾਲਿਆਂ ਕੋਲ 2 ਟੀਵੀ ਨੇ, ਇੱਧਰ ਵਾਲੇ ਘਰ ਵਾਲਿਆਂ ਕੋਲ ਵੀ 1 ਟੀਵੀ ਹੈ, ਸਾਡੇ ਕੋਲ ਤੇ ਕੋਈ ਵੀ ਨਹੀਂ ਹੈਗਾ, ਹੈਨਾ। ਉਹ ਵਾਲੇ ਬੱਚੇ ਦੇ ਕੋਲ ਤੇ ਸਮਾਰਟਫੋਨ ਹੈ, ਉਹ ਵਾਲੇ ਬੱਚੇ ਕੋਲ ਤੇ ਲੈਪਟਾਪ ਹੈ, ਮੇਰੇ ਕੋਲ ਤੇ ਕੋਈ ਵੀ ਨਹੀਂ ਹੈਗਾ, ਹਨਾ। ਅਸੀਂ ਜਦੋਂ ਕੰਪੈਰੀਜ਼ਨ 'ਚ ਜਾਂਦੇ ਆ ਨਾ, ਉਹਦੇ ਨਾਲ ਕੀ ਹੁੰਦਾ ਹੈ, ਅਸੀਂ ਵਾਹਿਗੁਰੂ ਜੀ ਤੋਂ ਦੂਰ ਹੋ ਜਾਂਦੇ ਹਾਂ। ਪਰ ਵਾਹਿਗੁਰੂ ਜੀ ਕਹਿੰਦੇ ਕਿ ਜਦੋਂ ਸਿੱਖੀ ਮਿਲਦੀ ਹੈ ਨਾ, ਜਿਹਦੇ ਕੋਲ ਸਿੱਖੀ ਹੁੰਦੀ ਹੈ, ਜਿਹਦੇ ਕੋਲ ਵਾਹਿਗੁਰੂ ਜੀ ਹੁੰਦੇ ਨੇ ਨਾ, ਉਹਦੇ ਕੋਲ ਸਭ ਕੁਝ ਆਪਣੇ ਆਪ ਆ ਜਾਂਦਾ ਹੈ, ਸਭ ਕੁਝ। ਇਹ ਸਿਰਫ ਸਾਡੀ ਪਰਸੈਪਸ਼ਨ, ਸਿਰਫ ਸਾਡੀ ਸੋਚ ਦੀ ਖੇਲ ਹੁੰਦੀ ਹੈ। ਜਿਸ ਵੇਲੇ ਮੈਂ ਇਹ ਚੀਜ਼ ਸੋਚ ਰਹੀ ਨਾ ਕਿ ਜੋ ਹੈ ਉਹੀ ਆਨੰਦ ਹੈ, ਉਹੀ ਖੁਸ਼ੀ ਹੈ, ਉਸ ਵੇਲੇ ਮੇਰੇ ਜੀਵਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਇਵੈਪੋਰੇਟ ਹੋ ਜਾਂਦੀਆਂ ਨੇ। ਹੁਣ ਜਿਹੜੀ ਅਸੀਂ ਟੌਪਿਕ ਦੀ ਗੱਲ ਕਰ ਰਹੇ ਸੀ, ਹੁਣ ਮੈਂ ਇਹ ਆਖਿਆ ਕਿ ਜੋ ਸਿੱਖੀ ਹੈ, ਜੋ ਸਿੱਖੀ ਸਿਧਾਂਤ ਨੇ ਜਾਂ ਮੇਰੇ ਜੀਵਨ ਵਿੱਚ ਧਰਮ ਹੈ, ਕਿ ਉਹ ਮੇਰੇ ਵਾਸਤੇ ਇੱਕ ਬਾਉਂਡਰੀ ਹੈ ਜਾਂ ਫਿਰ ਮੇਰੇ ਵਾਸਤੇ ਉਹ ਆਜ਼ਾਦੀ ਹੈ। ਹੁਣ ਅਸੀਂ ਇੱਕ ਭੈਣ ਨਾਲ ਗੱਲ ਕਰਦੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਚੀਜ਼, ਬੜੀ ਪਿਆਰੀ ਚੀਜ਼ ਦੱਸੀ। ਕਹਿੰਦੇ ਕਿ ਮੈਂ ਨਾ ਫੈਸ਼ਨ ਇੰਡਸਟਰੀ ਦੇ ਵਿੱਚ ਸੀਗੀ, ਮਾਡਲ ਸੀਗੇ, ਤੇ ਉਹ ਮਾਡਲਿੰਗ ਕਰਦੇ ਸੀਗੇ ਤੇ ਫੈਸ਼ਨ ਇੰਡਸਟਰੀ 'ਚ ਸੀਗੇ ਤੇ ਬਹੁਤ ਵੱਖਰੇ ਕੱਪੜੇ ਪਾਉਂਦੇ ਸੀ, ਤਿਆਰ ਹੁੰਦੇ ਸੀ, ਹਨਾ, ਮੂਵੀਜ਼ ਕਰਦੇ ਸੀ, ਬੜਾ ਕੁਝ ਕਰਦੇ ਸੀਗੇ ਉਹ, ਠੀਕ ਹੈ। ਤੇ ਕਹਿੰਦੇ ਮੈਨੂੰ ਨਾ ਕਦੇ ਏਦਾਂ ਫੀਲ ਹੁੰਦਾ ਸੀਗਾ ਕਿ ਮੈਂ ਕਿੱਥੇ ਆ ਗਈ ਹਾਂ, ਨਾ ਕਿ ਮੈਂ ਆਪਣੀ ਮਰਜ਼ੀ ਦੇ ਕੱਪੜੇ, ਸਭ ਨੂੰ ਲੱਗਦਾ ਹੈ ਕਿ ਮੈਂ ਬਹੁਤ ਸੋਹਣੇ ਕੱਪੜੇ ਪਾਉਂਦੀ ਹਾਂ, ਪਰ ਉਹ ਮੈਂ ਆਪਣੀ ਮਰਜ਼ੀ ਦੇ ਕੱਪੜੇ ਨਹੀਂ ਪਾਉਂਦੀ ਹਾਂ। ਮੈਨੂੰ ਜਿਹੜੇ ਕੱਪੜੇ ਪਾਉਣ ਵਾਸਤੇ ਕਿਹਾ ਜਾਂਦਾ ਹੈ, ਮੈਂ ਉਹ ਵਾਲੇ ਕੱਪੜੇ ਪਾਉਂਦੀ ਹੈ। ਤੇ ਅਗਰ ਮੇਰਾ ਕਦੇ ਮਨ ਕਰੇ ਮੈਂ ਪਜਾਮਾ ਪਾ ਲਾਂ ਤੇ ਮੈਂ ਨਹੀਂ ਪਾ ਸਕਦੀ। ਅਗਰ ਮੇਰਾ ਕਦੇ ਮਨ ਕਰ ਲਾ ਕਿ ਮੈਂ ਆਹ ਪਾ ਲਾਂ, ਉਹ ਮੈਂ ਨਹੀਂ ਪਾ ਸਕਦੀ। ਕਿਉਂ? ਕਿਉਂਕਿ ਦੁਨੀਆ ਨੂੰ ਤਾਂ ਲੱਗਦਾ ਹੈ ਕਿ ਮੈਂ ਬਹੁਤ ਐਸ਼ ਕਰਦੀ ਪਈ ਹਾਂ, ਬਟ ਮੇਰੇ ਆਪਣੀ ਜਿਹੜੇ ਨੇ ਉਹ ਬਾਉਂਡਰੀ ਬਣੀ ਹੋਈ ਹੈ, ਠੀਕ ਹੈ। ਉਹੀ ਭੈਣ ਸਿੱਖੀ ਦੇ ਵਿੱਚ ਆਈ, ਉਹਨਾਂ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਨੇ ਉਹਦੇ ਤੋਂ ਬਾਅਦ ਨਾ ਬਾਣਾ ਪਾਣਾ ਸ਼ੁਰੂ ਕਰ ਦਿੱਤਾ। ਉਹੀ ਭੈਣ 1 ਸਾਲ ਦੇ ਬਾਅਦ ਆ ਕੇ ਸਾਨੂੰ ਇਹ ਗੱਲ ਕਹਿੰਦੀ ਹੈ, ਕਹਿੰਦੀ ਭੈਣ ਜੀ ਤੁਸੀਂ ਮੰਨੋਗੇ ਨਹੀਂ, ਸੱਚੀ ਮੰਨੋਗੇ ਨਹੀਂ, ਮੈਨੂੰ ਇੰਨਾ ਸਕੂਨ ਫੀਲ ਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਕਿ ਹੁਣ ਮੈਨੂੰ ਕੋਈ ਕੱਪੜਿਆਂ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ ਕਿ ਕੋਈ ਕੀ ਸੋਚੇਗਾ ਮੇਰੇ ਬਾਰੇ। ਮੈਂ ਸਿਰਫ ਉਹ ਪਾਣਾ ਹੈ ਜੋ ਮੇਰੇ ਗੁਰੂ ਨੂੰ ਪਸੰਦ ਹੈ, ਮੈਂ ਸਿਰਫ ਉੱਥੇ ਜਾਣਾ ਹੈ ਜੋ ਮੇਰੇ ਗੁਰੂ ਨੂੰ ਪਸੰਦ ਹੈ। ਪੂਰੀ ਦੁਨੀਆ ਦਾ ਜੋ ਦੇਖ ਦਿਖਾਵਾ, ਜੋ ਮੈਂ ਦੁਨੀਆ ਕਰਕੇ, ਅਸੀਂ ਜ਼ਿਆਦਾਤਰ ਜੀਵਨ ਜਿਉਂਦੇ ਹਾਂ ਦੁਨੀਆ ਕਰਕੇ। ਮੈਨੂੰ ਦੁਨੀਆ ਨੇ ਕਿਹਾ, ਮੈਂ ਉਹਦੇ ਬਾਰੇ ਸੋਚਿਆ, ਉਹਦੇ ਬਾਅਦ ਮੈਂ ਉਹ ਚੀਜ਼ ਦੇ ਬਾਰੇ ਆਪਣੇ ਦਿਮਾਗ ਨੂੰ ਦੌੜਾਇਆ, ਹਨਾ।
यूजली, है ना। पर जिस वेले मैं उस चीज ਨੂੰ ਛੱਡ ਕੇ मैं इस चीज ਵੱਲ ਧਿਆਨ ਦਿੱਤਾ कि सिक्खी जो है ना वो एक कोड ऑफ कंडक्ट है। सिक्खी इज अ वे ऑफ लाइफ। मेरी लाइफ ਨੂੰ मेरी जिंदगी ਨੂੰ ਜੀਣ ਦਾ ਨਾ ਇੱਕ ਤਰੀਕਾ ਹੈ ਸਿੱਖੀ, ਇੱਕ ਡਿਸਪਲਿਨ ਹੈ ਸਿੱਖੀ। ਜਦੋਂ ਮੈਂ ਉਸ ਡਿਸਪਲਿਨ ਦੇ ਵਿੱਚ ਆਇਆ, ਹੁਣ ਇੱਕ ਗੱਲ ਆਪ ਜੀ ਸਾਰੇ ਜਾਣਦੇ ਹੋ, ਅਸੀਂ ਸਾਰੇ ਸਕੂਲ ਜਾਂਦੇ ਆ, ਸਾਰੇ ਸਕੂਲ ਜਾਂਦੇ ਆ, ਹੈਨਾ। ਸਕੂਲ ਦੇ ਵਿੱਚ ਸਾਲ ਦੇ ਵਿੱਚ ਸਿਰਫ ਇੱਕ ਦਿਨ ਹੁੰਦਾ ਜਦੋਂ ਤੁਸੀਂ ਯੂਨੀਫਾਰਮ ਨਹੀਂ ਪਾ ਕੇ ਜਾਂਦੇ ਹੋ, ਹੁੰਦਾ ਨਾ ਇੱਕ ਦਿਨ। ਕਿਹੜਾ ਦਿਨ ਹੁੰਦਾ? ਸਾਡਾ ਬਰਥਡੇ, ਹੈਨਾ, ਜਨਮ ਦਿਨ। ਸਾਡਾ ਜਨਮ ਦਿਨ ਹੁੰਦਾ ਜਦੋਂ ਅਸੀਂ ਯੂਨੀਫਾਰਮ ਨਹੀਂ ਪਾ ਕੇ ਜਾਂਦੇ ਆ। ਬਾਕੀ ਪੂਰਾ ਦਿਨ ਅਸੀਂ ਯੂਨੀਫਾਰਮ ਵੀ ਪਾ ਕੇ ਜਾਂਦੇ ਆ, ਸਾਨੂੰ ਸਵੇਰੇ 8 ਵਜੇ ਤੱਕ ਸਕੂਲ ਵੀ ਪਹੁੰਚਣਾ ਹੈ, ਮੈਨੂੰ ਸੌਕਸ ਵੀ ਪਾਉਣੀਆਂ ਨੇ, ਮੈਨੂੰ ਸ਼ੂਜ਼ ਵੀ ਪੋਲਿਸ਼ ਕਰਨੇ ਨੇ, ਮੈਨੂੰ ਟਾਈ ਵੀ ਲਗਾਉਣੀ ਹੈ, ਮੈਨੂੰ ਬੈਲਟ ਵੀ ਲਗਾਉਣੀ ਹੈ, ਮੈਨੂੰ ਆਈ ਕਾਰਡ ਵੀ ਪਾਉਣਾ, ਸਭ ਕੁਝ ਕਰਨਾ ਪੈਂਦਾ। ਕਿੰਨਾ ਔਖਾ ਲੱਗਦਾ ਹੈ ਨਾ, ਕਿੰਨਾ ਔਖਾ ਹੈ ਨਾ। ਸਵੇਰੇ ਸਵੇਰੇ ਉੱਠੋ, ਪਹਿਲੇ ਇੰਨਾ ਸਾਰਾ ਤਿਆਰ ਹੋਵੋ, ਇੰਨਾ ਕੁਝ ਪਾਓ, ਫਿਰ ਕੁਝ ਕਰ ਰਿਹਾ ਜਿਵੇਂ ਫਿਰ ਮੈਮ ਫਾਈਨ ਲਗਾ ਦਿੰਦੀ ਹੈ, ਫਿਰ ਪਨਿਸ਼ਮੈਂਟ ਮਿਲਦੀ ਹੈ, ਕਿੰਨਾ ਕੁਝ ਹੁੰਦਾ ਨਾ। ਇਮੈਜਿਨ ਕਰੋ ਜੇਕਰ ਅੱਜ ਐਲਾਨ ਹੋ ਜਾਵੇ ਕਿ ਸਕੂਲ ਦੇ ਨਾ ਰੂਲਸ ਚੇਂਜ ਹੋ ਗਏ ਨੇ, ਕੱਲ ਤੋਂ ਕਿਸੇ ਵੀ ਬੱਚੇ ਨੂੰ ਇਹ ਜ਼ਬਰਦਸਤੀ ਨਹੀਂ ਹੈ ਕਿ ਤੁਸੀਂ 8 ਵਜੇ ਸਕੂਲ ਆਣਾ, ਤੁਹਾਡਾ ਜਦੋਂ ਦਿਲ ਕਰਦਾ ਤੁਸੀਂ ਸਕੂਲ ਆਓ। ਕੋਈ ਜ਼ਬਰਦਸਤੀ ਨਹੀਂ ਹੈ ਕਿ ਤੁਸੀਂ ਆਈ ਵਾਲੇ ਕੱਪੜੇ ਪਾਣੇ, ਥੋੜਾ ਜੋ ਦਿਲ ਕਰਦਾ ਤੁਸੀਂ ਉਹ ਕੱਪੜੇ ਪਾਓ, ਠੀਕ ਹੈ। ਕੋਈ ਜ਼ਬਰਦਸਤੀ ਨਹੀਂ ਹੈ ਕਿ ਤੁਹਾਨੂੰ ਆਹ ਵਾਲੀ ਸਬਜੈਕਟ 'ਚ, ਆਹ ਵਾਲੀ ਕਲਾਸ 'ਚ, ਆਹ ਵਾਲੀ ਮੈਮ ਤੋਂ ਪੜ੍ਹਨਾ ਹੈ। ਤੁਹਾਡਾ ਜੋ ਦਿਲ ਕਰਦਾ ਉਹ ਪੜ੍ਹੋ, ਜਿਹੜੀ ਮੈਮ ਕੋ ਦਿਲ ਕਰਦਾ ਉਹ ਵਾਲੀ ਮੈਮ ਕੋ ਜਾਓ। ਜਰਾ ਕੁ 2 ਮਿੰਟ ਵਾਸਤੇ ਆਪਣੇ ਸਕੂਲ ਦੀ ਹਾਲਤ ਇਮੈਜਿਨ ਕਰਕੇ ਦੇਖੋ ਕਿ ਸਕੂਲ ਦੇ ਵਿੱਚ ਕਿੱਦਾਂ ਦੀ ਤਬਾਹੀ ਮਚ ਜਾਏਗੀ। ਕੋਈ ਬੱਚਾ 8 ਵਜੇ ਆ ਰਿਹਾ ਹੈ, ਕੋਈ 9 ਵਜੇ ਆ ਰਿਹਾ ਹੈ, ਕੋਈ 10 ਵਜੇ ਆ ਰਿਹਾ ਹੈ, ਕੋਈ 12:30 ਆ ਰਿਹਾ ਹੈ, ਕੋਈ ਆ ਹੀ ਨਹੀਂ ਰਿਹਾ। ਕਿਸੇ ਨੇ ਫਰॉक सूट ਪਾਈ ਹੈ, ਕਿਸੇ ਨੇ ਸਲਵਾਰ ਸੂਟ ਪਾਈ ਹੈ, ਕਿਸੇ ਨੇ ਵਿਆਹ ਵਾਲੇ ਕੱਪੜੇ ਪਾਏ ਨੇ, ਕਿਸੇ ਨੇ ਸ਼ੇਰਵਾਨੀ ਪਾਈ ਹੈ, ਕਿਸੇ ਨੇ ਕੁਝ ਪਾਇਆ, ਕਿਸੇ ਨੇ ਕੁਝ ਪਾਇਆ। ਹੁਣ ਕਿਸੇ ਨੂੰ ਸਾਇੰਸ ਪੜ੍ਹਨੀ ਹੈ ਤਾਂ ਫਸਟ ਕਲਾਸ ਵਾਲਾ ਬੱਚਾ 10th ਕਲਾਸ ਵਾਲੀ ਮੈਮ ਕੋ ਚਲਾ ਗਿਆ, 10th ਕਲਾਸ ਵਾਲਾ ਬੱਚਾ ਪਲੇਪਨ ਵਾਲੀ ਮੈਮ ਕੋ ਚਲਾ ਗਿਆ, ਕੋਈ ਗਰਾਊਂਡ 'ਚ ਗਿਆ, ਕੋਈ ਕਹਿੰਦਾ ਮੈਂ ਪੜ੍ਹਨਾ ਹੀ ਨਹੀਂ। ਸਕੂਲ ਦੀ ਨਾ ਹਾਲਤ ਇਮੈਜਿਨ ਕਰਕੇ ਦੇਖੋ ਕਿੰਨੀ ਤਬਾਹੀ ਹੋ ਜਾਏਗੀ ਸਕੂਲ 'ਚ, ਕਿੰਨੀ ਤਬਾਹੀ। ਕੋਈ ਵੀ ਬੱਚਾ ਉੱਥੇ ਜੇਕਰ 1000 ਬੱਚੇ ਜਾਂ 500 ਬੱਚੇ ਪੜ੍ਹਦੇ ਨੇ ਇੱਕ ਸਕੂਲ ਦੇ ਵਿੱਚ, ਕੀ ਉਹਨਾਂ ਵਿੱਚੋਂ ਕੋਈ ਇੱਕ ਵੀ ਬੱਚਾ ਕੁਝ ਪੜ੍ਹ ਪਾਏਗਾ, ਕੁਝ ਸਿੱਖ ਪਾਏਗਾ, ਕੀ ਜ਼ਿੰਦਗੀ 'ਚ ਕੁਝ ਅਚੀਵ ਕਰ ਪਾਏਗਾ? ਕਦੇ ਵੀ ਨਹੀਂ ਕਰ ਪਾਏਗਾ। ਕੀ ਕੋਈ ਬੱਚਾ ਪਾਸ ਹੋ ਪਾਏਗਾ ਆਪਣੇ ਐਗਜ਼ਾਮਸ 'ਚ? ਕਦੇ ਵੀ ਨਹੀਂ ਪਾਸ ਹੋ ਪਾਏਗਾ, ਕਦੇ ਵੀ ਨਹੀਂ ਪਾਸ ਹੋ ਪਾਏਗਾ। ਇਸ ਚੀਜ਼ ਤੋਂ ਨਾ ਅਸੀਂ ਇਸ ਚੀਜ਼ ਨੂੰ ਸਮਝਣਾ ਕਿ ਜਿਹੜਾ ਕੋਈ ਸਕੂਲ ਹੁੰਦਾ ਨਾ, ਸਾਨੂੰ ਇੱਕ ਆਰਡਰ ਦਿੱਤਾ ਉਹਨਾਂ ਨੇ, ਹਨਾ। ਮੈਨੂੰ ਪਤਾ ਹੈ ਕਿ ਮੈਂ ਪਹਿਲੇ ਪਲੇਪੈਨ 'ਚ ਜਾਵਾਂਗਾ, ਉਹਦੇ ਬਾਅਦ ਨਰਸਰੀ, ਉਹਦੇ ਬਾਅਦ UKG, LKG, ਫਿਰ UKG, ਫਸਟ, ਸੈਕਿੰਡ, ਥਰਡ, ਫੋਰਥ, ਹਨਾ। ਇੱਕ ਆਰਡਰ ਦੇ ਨਾਲ ਅਸੀਂ ਤਰਤੀਬ ਬਾਈ ਤਰਤੀਬ, ਹਨਾ, ਸਟੈਪ ਬਾਈ ਸਟੈਪ ਅਸੀਂ ਚੱਲਦੇ ਹਾਂ, ਹਨਾ। मेरे को एक यूनिफॉर्म है, मेरे को एक टाइम है, मेरे को एक क्लास है, मेरे को एक सिलेबस है, जिन्हें उन्हें फॉलो करना है उन्हें मैं फॉलो करांगा। मैं अगले स्टेप ते जावांगा जो मेरी नेक्स्ट क्लास होएगी। इतना करदे करदे जेकर मैं उस डिसिप्लिन ਨੂੰ फॉलो करदा रहांगा, करदी रहांगी, ਤਾਂ मैं जीवन ਵਿੱਚ एक अच्छा इंसान बन के, एक अच्छा पढ़िया लिखिया इंसान बन के किते जॉब लग सकदी हां, किते अच्छे मुकाम ते पहुंच सकदी हां। राइट, एग्री करदे ने सारे जाने? इदा ही साडा जीवन है, सिर्फ पढ़ाई नाल जीवन नहीं है। ਅਸੀਂ ਦੁਨੀਆ ਤੇ ABCD ਪੜਨ ਨਹੀਂ ਆਏ, ਅਸੀਂ ਦੁਨੀਆ ਤੇ ਪੈਸੇ ਕਮਾਉਣ ਨਹੀਂ ਆਏ, ਅਸੀਂ ਦੁਨੀਆ ਤੇ ਨਾ ਹੀ ਜੌਬ ਕਰਨ ਆਏ, ਅਸੀਂ ਦੁਨੀਆ ਤੇ ਕੁਝ ਵੀ ਦੁਨਿਆਵੀ ਕਰਨ ਨਹੀਂ ਆਏ। ਅਸੀਂ ਜੀਵਨ ਵਿੱਚ ਆਏ ਹਾਂ ਸਿਰਫ ਇੱਕ ਕੰਮ ਕਰਨ ਵਾਸਤੇ, ਉਹ ਹੈਗਾ ਪਰਮਾਤਮਾ ਤੋਂ ਵਿਛੜੇ ਹੋਏ ਆ, ਵਾਪਸ ਪਰਮਾਤਮਾ 'ਚ ਲੀਨ ਹੋਣਾ ਹੈ। ਇਹ ਸਭ ਤਾਂ ਸੈਕੰਡਰੀ ਕੰਮ ਨੇ। ਅਸੀਂ ਪੜ੍ਹਨਾ ਹੈ, ਅਸੀਂ ਲਿਖਣਾ ਹੈ, ਅਸੀਂ ਜੌਬ ਕਰਨੀ ਹੈ, ਅਸੀਂ ਘਰ ਨੂੰ ਸੈਟਲ ਕਰਨਾ ਹੈ, ਹਨਾ। ਅਸੀਂ ਮੈਨੂੰ ਗੱਡੀ ਵੀ ਚਾਹੀਦੀ ਹੈ, ਮੈਨੂੰ ਇਹ ਵੀ ਚਾਹੀਦਾ, ਮੈਨੂੰ ਉਹ ਸਭ ਸੈਕੰਡਰੀ ਕੰਮ ਨੇ। ਜੋ ਪ੍ਰਾਇਮਰੀ ਕੰਮ ਹੈ, ਜੋ ਸਾਡਾ ਮੋਟਿਵ ਹੈ ਨਾ ਜ਼ਿੰਦਗੀ ਦਾ, ਉਹ ਹੈਗਾ ਕਿ ਮੈਂ ਪਰਮਾਤਮਾ ਤੋਂ ਟੁੱਟ ਕੇ ਆਇਆ, ਮੈਨੂੰ ਪਰਮਾਤਮਾ ਤੇ ਵਾਪਸ ਜਾਣਾ ਹੈ। ਤੇ ਜੇ ਉੱਥੇ ਵਾਪਸ ਜਾਣਾ ਨਾ, ਜਦ ਤੱਕ ਮੇਰੀ ਲਾਈਫ 'ਚ ਡਿਸਿਪਲਿਨ ਨਹੀਂ ਹੈ ਨਾ, ਮੈਂ ਕੁਝ ਨਹੀਂ ਅਚੀਵ ਕਰ ਸਕਦਾ। ਉਹ ਡਿਸਿਪਲਿਨ ਕੀ ਹੈ? ਉਹ ਡਿਸਿਪਲਿਨ ਹੀ ਹੈ ਸਿੱਖੀ। ਸਿੱਖੀ ਸਾਨੂੰ ਜੀਵਨ ਦੀ ਉਹ ਜਾਚ ਸਿਖਾਉਂਦੀ ਹੈ। ਜਦੋਂ ਮੈਂ ਡਿਸਿਪਲਿਨ ਵਿੱਚ ਆਣਾ, ਬੜਾ ਸੌਖਾ ਹੈ, ਕੁਛ ਨਹੀਂ, ਮੈਨੂੰ ਬਸ ਇੰਨਾ ਹੈ ਕਿ ਮੈਨੂੰ ਹਰ ਵੇਲੇ ਮੇਰੇ ਹੱਥ ਕੰਮ ਦੇ ਵਿੱਚ ਹੋਣ ਤੇ ਮੇਰੇ ਚਿੱਤ ਵਿੱਚ ਨਿਰੰਕਾਰ ਹੋਵੇ, ਮੇਰਾ ਹੱਥ ਕਿਰਤ ਵਿੱਚ ਹੋਣ, ਮੇਰੇ ਚਿੱਤ ਵਿੱਚ ਨਿਰੰਕਾਰ ਹੋਵੇ। ਮੈਂ ਖੇਡ ਰਿਹਾ ਹੋਵਾਂ ਨਾ, ਦੋਸਤਾਂ ਨਾਲ ਖੇਡ ਰਿਹਾ, ਕਿਸੇ ਦੋਸਤ ਨੂੰ ਥੋੜੀ ਪਤਾ ਲੱਗ ਰਿਹਾ
पर मेरे मुंह ਦੇ ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੋਵੇ। मैं रोटी बना रहा किसी ਨੂੰ थोड़ी पता लग रहा है, किसी ਨੂੰ ਸੁਣਦਾ ਸਾਡੇ ਅੰਦਰ ਦਾ, ਕਿਸੇ ਨੂੰ ਨਹੀਂ ਸੁਣਦਾ, ਪਰ ਵਾਹਿਗੁਰੂ ਜੀ ਨੂੰ ਸੁਣਦਾ। ਹੁਣ ਜਿੰਨੇ ਸਾਨੂੰ ਸਾਨੂੰ ਸਕੂਲ 'ਚ ਮੈਨਰ ਸਿਖਾਉਂਦੇ ਆ, ਮੈਨਰਸ ਐਡੀਕੇਟਸ ਉਹ ਸਿਖਾਉਂਦੇ ਆ ਨਾ, ਤੇ ਜਦੋਂ ਮੈਂ ਤੁਹਾਨੂੰ ਇੱਕ ਗਿਫਟ ਦਿੱਤਾ ਤੇ ਤੁਸੀਂ ਅੱਗੋਂ ਮੈਨੂੰ ਕੀ ਕਹਿਣਾ? ਥੈਂਕ ਯੂ, ਹਨਾ? ਸਭ ਨੇ ਮੈਨੂੰ ਕੀ ਕਹਿਣਾ? ਥੈਂਕ ਯੂ, ਹਨਾ? ਹੁਣ ਅਸੀਂ ਬਚਪਨ 'ਚ ਨਾ ਇੱਕ ਪੋਇਮ ਵੀ ਪੜ੍ਹਦੇ ਹੁੰਦੇ ਸਕੂਲ ਵਿੱਚ, ਥੈਂਕ ਯੂ ਗॉड ਫॉर द ਫੂਡ ਵੀ ਈਟ, ਏਦਾਂ ਏਦਾਂ ਕਰਕੇ ਪੋਇਮ ਹੁੰਦੀ ਹੈ, ਸਭ ਨੂੰ ਯਾਦ ਹੁੰਦੀ ਹੈ ਨਾ ਪੋਇਮ ਸਕੂਲ 'ਚ। ਸਾਨੂੰ ਦੁਨੀਆ ਨੇ ਇਹ ਸਿਖਾਇਆ ਕਿ ਜੇਕਰ ਇਨਸਾਨ ਨੇ ਦੂਜੇ ਇਨਸਾਨ ਨੂੰ ਕੁਝ ਦਿੱਤਾ ਤੇ ਮੈਨੂੰ ਉਹਨੂੰ ਥੈਂਕ ਯੂ ਬੋਲਣਾ, ਹਨਾ? ਜੇਕਰ ਮੈਂ ਕਿਸੇ ਦੇ ਨਾਲ ਬੁਰਾ ਕੀਤਾ ਤੇ ਮੈਨੂੰ ਉਹਨੂੰ ਸੌਰੀ ਬੋਲਣਾ, ਹਨਾ? ਸਾਨੂੰ ਦੁਨੀਆ ਨੇ ਸਿਖਾਇਆ। ਤੇ ਜਿਹੜੇ ਵਾਹਿਗੁਰੂ ਜੀ ਨੇ, ਮੈਂ ਬੋਲ ਕਿੱਦਾਂ ਰਹੀ ਹਾਂ? ਕਿਉਂਕਿ ਜਿਹੜੇ ਬੱਚੇ ਸਾਇੰਸ ਪੜ੍ਹਦੇ ਨੇ ਦੇ ਨੋ ਕਿ ਇੱਥੇ ਹਵਾ ਹੈਗੀ, ਹਨਾ? ਏਅਰ ਹੈਗੀ ਆ, ਏਅਰ ਦੇ ਵਿੱਚ ਸਾਊਂਡ ਪਾਰਟੀਕਲਸ ਟਰੈਵਲ ਕਰਦੇ ਆ, ਇਹਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਆਵਾਜ਼ ਜਾ ਰਹੀ ਹੈ, ਰਾਈਟ? ਹੁਣ ਇਹ ਸਾਊਂਡ ਕਿਹਨੇ ਦਿੱਤੀ? ਆਵਾਜ਼ ਕਿਹਨੇ ਦਿੱਤੀ? ਵਾਹਿਗੁਰੂ ਜੀ ਨੇ। ਤੁਹਾਨੂੰ ਸ਼ਕਲ ਕਿਹਨੇ ਦਿੱਤੀ? ਅੱਖਾਂ ਕਿਹਨੇ ਦਿੱਤੀ? ਤੁਸੀਂ ਮੈਨੂੰ ਦੇਖ ਪਾ ਰਹੇ ਹੋ ਸਾਰੇ ਜਣੇ? ਤੁਹਾਨੂੰ ਆਈਜ਼ ਕਿਹਨੇ ਦਿੱਤੀਆਂ? ਵਾਹਿਗੁਰੂ ਜੀ ਨੇ। ਕਦੀ ਵਾਹਿਗੁਰੂ ਜੀ ਨੂੰ ਅਰਦਾਸ ਕਰਕੇ ਕਿਹਾ, ਵਾਹਿਗੁਰੂ ਜੀ ਥੈਂਕ ਯੂ ਯਾਰ, ਕਿੰਨੀਆਂ ਸੋਹਣੀਆਂ ਆਈਜ਼ ਦਿੱਤੀਆਂ ਨੇ ਮੈਨੂੰ, ਸਭ ਕੁਝ ਸਹੀ ਸਹੀ ਦਿਖਦਾ ਹੈ, ਰੈੱਡ ਕਲਰ ਰੈੱਡ ਦਿਖਦਾ ਹੈ, ਬਲੂ ਕਲਰ ਬਲੂ ਦਿਖਦਾ ਹੈ, ਯੈਲੋ ਕਲਰ ਯੈਲੋ ਦਿਖਦਾ ਹੈ, ਮੈਨੂੰ ਕੁਝ ਉਲਟਾ ਸਿੱਧਾ ਦਿਖਦਾ ਹੀ ਨਹੀਂ ਹੈ, ਬਿਲਕੁਲ ਸਹੀ ਸਹੀ ਦਿਖਦਾ ਹੈ, ਠੀਕ ਹੈ? ਉਹਦੇ ਬਾਅਦ ਅਸੀਂ ਰੋਜ਼ ਪ੍ਰਸ਼ਾਦਾ ਛਕਦੇ ਹਾਂ, ਹਨਾ? ਕਿੱਦਾਂ ਛਕਦੇ ਹਾਂ? ਫਿੰਗਰਸ, ਹੱਥ, ਇਹਨਾਂ ਦੀ ਹੈਲਪ ਨਾਲ। ਕਦੀ ਕਿਹਾ ਵਾਹਿਗੁਰੂ ਜੀ ਯਾਰ ਕਿੰਨੇ ਕਮਾਲ ਹੋ ਤੁਸੀਂ ਫਿੰਗਰਸ ਬਣਾਈਆਂ, ਅਗਰ ਫਿੰਗਰਸ ਨਾ ਹੁੰਦੀਆਂ ਤੇ ਮੇਰਾ ਡੋਰੇਮੋਨ ਵਰਗਾ ਹੱਥ ਹੁੰਦਾ, ਗੋਲ ਗੋਲ। ਡੋਰੇਮੋਨ ਦਾ ਹੱਥ ਦੇਖੇ, ਸਭ ਨੇ ਡੋਰੇਮੋਨ ਤੇ ਦੇਖਦੇ ਹੋਵੋਗੇ, ਡੋਰੇਮੋਨ ਦਾ ਹੱਥ ਦੇਖਿਆ ਗੋਲ ਹੁੰਦਾ ਬਿਲਕੁਲ, ਇੱਥੋਂ ਵੀ ਗੋਲ ਇੱਥੋਂ ਵੀ ਗੋਲ, ਉਹਦੇ ਤਾਂ ਫਿੰਗਰਸ ਹੀ ਨਹੀਂ ਹੁੰਦੀਆਂ, ਉਹ ਫੁਲਕਾ ਕਿੱਦਾਂ ਤੋੜਦਾ ਹੋਏਗਾ? ਵਾਹਿਗੁਰੂ ਜੀ ਤੁਸੀਂ ਤੇ ਮੈਨੂੰ 5 ਫਿੰਗਰਸ ਦਿੱਤੀਆਂ ਇੱਕ ਹੱਥ ਵਿੱਚ, ਕਿ ਮੈਂ ਆਪਣਾ ਕੰਮ ਇਜ਼ੀ ਤਰੀਕੇ ਨਾਲ ਕਰ ਸਕਾਂ, ਹਨਾ? ਕਈ ਵਾਰ ਅਸੀਂ ਗੇਮਸ ਖੇਲਦੇ ਹਾਂ ਇੱਕ ਫਿੰਗਰ ਦੇ ਵਿੱਚ ਕਿੰਨਾ ਕਿੰਨਾ ਕੁਝ ਕਰਕੇ, ਹਨਾ? ਏਦਾਂ ਏਦਾਂ ਕਰਕੇ ਗੇਮਸ ਖੇਲਦੇ ਹਾਂ। ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਕੁਝ ਦਿੱਤਾ। ਏਦਾਂ ਤੇ ਮੈਂ 2 ਚੀਜ਼ਾਂ ਗਿਣਾਈਆਂ ਨੇ, ਤੁਸੀਂ ਗਿਣਨਾ ਸ਼ੁਰੂ ਹੋਵੋ ਤੇ ਇਹ ਤਾਂ ਲਾਈਨ ਹੀ ਨਹੀਂ ਖਤਮ ਹੋਣੀ ਕਦੀ। ਤੇ ਮੈਂ ਕਿੰਨੀ ਕੁ ਵਾਰ ਦਿਨ 'ਚ ਵਾਹਿਗੁਰੂ ਜੀ ਨੂੰ ਥੈਂਕ ਯੂ ਕੀਤਾ? ਕਦੀ ਕੀਤਾ? ਕੀਤਾ ਹੋਏਗਾ, ਬਿਲਕੁਲ ਕੀਤਾ ਹੋਏਗਾ, ਅਸੀਂ ਕਰਦੇ ਹੋਵਾਂਗੇ। ਅਸੀਂ ਜਦੋਂ ਸਿੱਖੀ ਨੂੰ ਸਮਝਣਾ ਔਰ ਆਪਣੇ ਜੀਵਨ ਨੂੰ ਸਮਝਣਾ ਨਾ, ਹਮੇਸ਼ਾ ਇੱਕ ਚੀਜ਼ ਦਾ ਧਿਆਨ ਦੇਣਾ ਕਿ ਜੋ ਜੀਵਨ ਹੈ ਨਾ, ਇਹ ਬੜਾ ਛੋਟਾ ਜਿਹਾ ਪਿਆਰਾ ਜਿਹਾ ਜੀਵਨ ਹੈ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਜੋ ਦੁਨੀਆ ਹੈ ਨਾ ਬਾਹਰ, ਬਹੁਤ ਵੱਡੀ ਦੁਨੀਆ ਹੈ, ਦੁਨੀਆ ਵਿੱਚ ਬਹੁਤ ਕੁਝ ਅੱਛਾ ਵੀ ਹੋ ਰਿਹਾ, ਬਹੁਤ ਕੁਝ ਬੁਰਾ ਵੀ ਹੋ ਰਿਹਾ, ਬਹੁਤ ਕੁਝ ਹੋ ਰਿਹਾ ਦੁਨੀਆ 'ਚ, ਹੋ ਰਿਹਾ ਨਾ? ਪਰ ਇਸ ਵੇਲੇ ਮੇਰਾ ਔਰ ਮੇਰੇ ਵਾਹਿਗੁਰੂ ਜੀ ਦਾ ਇੱਕ ਏਦਾਂ ਦਾ ਰਿਲੇਸ਼ਨਸ਼ਿਪ ਹੈ ਜਿਹੜਾ ਸਿਰਫ ਮੈਂ ਔਰ ਵਾਹਿਗੁਰੂ ਜੀ ਵਧੀਆ ਵੀ ਕਰ ਸਕਦੇ ਹਾਂ, ਮੈਂ ਚਾਹਾਂ ਤੇ ਮੈਂ ਤੋੜ ਵੀ ਸਕਦੀ ਹਾਂ, ਮੈਂ ਚਾਹਾਂ ਤੇ ਵਾਹਿਗੁਰੂ ਜੀ ਤੋਂ ਬਹੁਤ ਜ਼ਿਆਦਾ ਪਿਆਰ ਵੀ ਲੈ ਸਕਦੀ ਹਾਂ ਨਾ। ਸਿਰਫ ਇਹੀ ਇੱਕ ਰਿਸ਼ਤਾ ਹੈ ਜਿਹਦੇ ਵਿੱਚ ਬਾਹਰ ਆਊਟਸਾਈਡ ਤੇ ਜੋ ਵੀ ਹੋ ਰਿਹਾ ਨਾ, ਉਹ ਇਫੈਕਟ ਨਹੀਂ ਕਰਦਾ, ਇਟ ਡਜ਼ਨਟ ਅਫੈਕਟ ਤੁਹਾਡੇ ਦੋਨਾਂ ਦੇ ਰਿਲੇਸ਼ਨਸ਼ਿਪ ਨੂੰ, ਤੁਹਾਡੇ ਔਰ ਵਾਹਿਗੁਰੂ ਜੀ ਦੇ ਰਿਲੇਸ਼ਨਸ਼ਿਪ ਨੂੰ ਕੋਈ ਹੋਰ ਇਫੈਕਟ ਨਹੀਂ ਕਰਦਾ, ਸਿਰਫ ਤੇ ਸਿਰਫ ਤੁਸੀਂ ਇਫੈਕਟ ਕਰਦੇ ਹੋ। ਇਹ ਸਾਡਾ ਪਰਸਪੈਕਟਿਵ ਹੈ। ਵਾਹਿਗੁਰੂ ਜੀ ਨੇ ਸਾਨੂੰ ਇੰਨਾ ਕੁਝ ਦੇਤਾ, ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਕਿ ਮੈਨੂੰ ਥੈਂਕ ਯੂ ਕਿਹਾ, ਉਹ ਤੇ ਕਹਿੰਦੇ ਹੀ ਨਹੀਂ, ਵਾਹਿਗੁਰੂ ਜੀ ਨੇ ਤਾਂ ਕਦੇ ਨਹੀਂ ਕਿਹਾ। ਵਾਹਿਗੁਰੂ ਜੀ ਤੇ ਕਹਿੰਦੇ ਤੁਸੀਂ ਮੈਨੂੰ ਥੈਂਕ ਯੂ ਕਹਿ ਵੀ ਦੋਗੇ ਤੇ ਮੈਂ ਵੱਡਾ ਨਹੀਂ ਹੋਣ ਲੱਗਾ, ਨਹੀਂ ਕਹੋਗੇ ਤੇ ਮੈਂ ਛੋਟਾ ਨਹੀਂ ਹੋਣ ਲੱਗਾ, ਹਨਾ? ਪਰ ਇਹ ਕੀ ਹੈ? ਸਿੱਖੀ ਕੀ ਹੈ? ਸਿੱਖੀ ਸਾਡੀ ਲਾਈਫ ਨੂੰ ਈਜ਼ੀ ਕਰਨ ਦਾ, ਡਿਸਿਪਲਿਨ ਬਣਾਉਣ ਦਾ ਇੱਕ ਇੰਨਾ ਸੌਖਾ ਤਰੀਕਾ ਹੈ। ਮੈਂ ਸਵੇਰੇ ਉੱਠਾਂ ਤੇ ਮੈਂ ਸ਼ੁਕਰ ਵਿੱਚ ਉੱਠਾਂ ਕਿ ਵਾਹਿਗੁਰੂ ਜੀ ਤੁਸੀਂ ਜਿੰਨਾ ਦਿੰਦੇ ਹੋ ਨਾ ਓਨਾ ਹੀ ਥੋੜਾ ਹੈ, ਇੰਨਾ ਕੁਝ ਦੇ ਦਿੰਦੇ ਹੋ ਤੁਸੀਂ ਮੈਨੂੰ, ਇੰਨਾ ਕੁਝ ਦੇ ਦਿੰਦੇ ਹੋ ਵਾਹਿਗੁਰੂ ਜੀ, ਇੰਨੇ ਬਿਆਨ ਤੋਂ ਤੁਸੀਂ, ਮੈਂ ਤੇ ਮੰਗਿਆ ਵੀ ਨਹੀਂ ਸੀ, ਤੁਸੀਂ ਫਿਰ ਵੀ ਦੇਤਾ। ਤੁਸੀਂ ਕਦੀ ਆਈਜ਼ ਮੰਗੀਆਂ ਸੀ? ਕਿਸੇ ਨੇ ਮੰਗੀ ਸੀ? ਕਿਸੇ ਨੇ ਕਿਹਾ ਕਿ ਵਾਹਿਗੁਰੂ ਜੀ ਮੈਨੂੰ ਆਈਜ਼ ਦੇ ਦਿਓ, ਬਾਕੀ ਕੁਝ ਦਿਓ ਨਹੀਂ, ਆਈਜ਼ ਪੱਕਾ ਦਿਓ? ਮੰਗੀ ਸੀ ਕਿਸੇ ਨੇ? ਨਹੀਂ, ਉਹ ਤੇ ਵਾਹਿਗੁਰੂ ਜੀ ਨੇ ਦਿੱਤੀਆਂ। ਕਦੀ ਕਿਸੇ ਨੇ ਕਿਹਾ ਸੀ ਵਾਹਿਗੁਰੂ ਜੀ ਮੈਨੂੰ ਨਾ ਤੁਸੀਂ ਏਦਾਂ ਕਰਿਓ ਕਿ 4 ਫਿੰਗਰਸ ਅਟਕਦੀਆਂ ਨੇ 5 ਫਿੰਗਰਸ ਲਗਾ ਦਿਓ? ਕਿਹਾ ਸੀ ਕਿਸੇ ਨੇ? ਬਿਲਕੁਲ ਵੀ ਨਹੀਂ। ਸਾਨੂੰ ਵਾਹਿਗੁਰੂ ਜੀ ਨੇ ਇੰਨਾ ਕੁਝ ਦਿੱਤਾ, ਬਟ ਉਹਦੇ ਬਦਲੇ ਸਿਰਫ ਸਾਨੂੰ ਉਹਨਾਂ ਨੇ ਇੱਕ ਚੀਜ਼ ਮੰਗੀ ਕਿ ਬੱਚੇ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਜੋ ਤੁਹਾਡਾ ਅਸਲ ਮੂਲ ਹੈ ਨਾ, ਉਹ ਅਕਾਲ ਹੈ, ਉਹ ਵਾਹਿਗੁਰੂ ਹੈ। ਅਸੀਂ ਦੁਨੀਆ ਦੇ ਵਿੱਚ ਜੋ ਮਰਜ਼ੀ ਕਰ ਲਈਏ, ਸਭ ਭਰਮ ਹੈ, everything is false, ਸਭ ਗਲਤ ਹੈ, ਸਭ ਝੂਠ ਹੈ, ਮੰਮੀ ਪਾਪਾ ਝੂਠ ਹੈ, ਪੜ੍ਹਾਈ ਝੂਠ ਹੈ, ਸਭ ਝੂਠ ਹੈ। ਇਹਦਾ ਮਤਲਬ ਇਹ ਨਹੀਂ ਕਿ ਸਭ ਨੂੰ ਛੱਡ ਦੇਣਾ ਹੈ। ਅਸੀਂ ਹਰ ਰਿਲੇਸ਼ਨਸ਼ਿਪ ਨੂੰ ਪੂਰਾ 100% ਦੇਣਾ,
ਪਰ ਸਭ ਤੋਂ ਉੱਪਰ ਹਮੇਸ਼ਾ ਵਾਹਿਗੁਰੂ ਜੀ ਨੂੰ ਰੱਖਣਾ, ਹਮੇਸ਼ਾ। ਵਾਹਿਗੁਰੂ ਜੀ ਚਾਹਣ ਤੇ ਮੇਰੇ ਬਿਨਾਂ ਪੜ੍ਹੇ ਵੀ ਐਗਜ਼ਾਮ 'ਚ 100% ਮਾਰਕਸ ਆ ਸਕਦੇ ਨੇ। ਮੇਰਾ ਨਿਤਨੇਮ ਨਹੀਂ ਮਿਸ ਹੋਣਾ ਚਾਹੀਦਾ। ਅਸੀਂ ਕਦੀ ਕਦੀ ਕਰਦੇ ਆ ਨਾ ਕਿ ਅੱਜ ਨਾ ਗੁਰਦੁਆਰੇ ਨਹੀਂ ਜਾਂਦੇ, ਕੱਲ ਮੇਰਾ ਪੇਪਰ ਹੈ, ਅੱਜ ਰਹਿਣ ਦਿੰਦੇ, ਕੱਲ ਨੂੰ ਥੋੜਾ ਜਿਹਾ ਪੇਪਰ। ਪਰ ਨਹੀਂ, ਜਿਹੜਾ ਬੱਚਾ ਵਾਹਿਗੁਰੂ ਜੀ ਵਾਸਤੇ ਰੋਜ਼ ਟਾਈਮ ਕੱਢਦਾ ਹੈ ਨਾ, ਵਾਹਿਗੁਰੂ ਜੀ ਉਹਦੇ ਕਾਰਜ ਆਪੇ ਸਵਾਰ ਦਿੰਦੇ ਨੇ। ਇਹ ਸਾਡਾ ਪਰਸਪੈਕਟਿਵ ਹੈ ਕਿ ਅਸੀਂ ਜਦੋਂ ਸਿੱਖੀ ਨੂੰ ਦੇਖਣਾ ਨਾ, ਅਸੀਂ ਉਹਨੂੰ ਆਪਣੇ ਅੰਦਰ ਨੂੰ ਖੋਲਣ ਵਾਸਤੇ ਦੇਖਣਾ ਹੈ ਕਿ ਅਸੀਂ ਆਪਣੇ ਆਪ ਨੂੰ ਜਕੜ ਲੈਣਾ। ਜਕੜਿਆ ਸਾਨੂੰ ਇਸ ਵੇਲੇ ਦੁਨੀਆ ਦੀਆਂ ਐਕਸਪੈਕਟੇਸ਼ਨਸ ਔਰ ਮਾਇਆ ਨੇ ਹੈ। ਜਿਸ ਵੇਲੇ ਅਸੀਂ ਉਸ ਮਾਇਆ ਦੇ ਪਰਦੇ ਨੂੰ ਹਟਾਵਾਂਗੇ ਨਾ, ਉਸ ਵੇਲੇ ਅਸੀਂ ਫ੍ਰੀ ਕਰਾਂਗੇ ਕਿ ਅਸਲੀ ਜਿਹੜੀ ਇੰਡੀਪੈਂਡੈਂਸ ਔਰ ਲਿਬਰੇਸ਼ਨ, ਉਹ ਜਿਹੜੀ ਆਜ਼ਾਦੀ ਹੁੰਦੀ ਹੈ ਨਾ, ਅਸਲੀ ਆਜ਼ਾਦੀ ਕੀ ਹੁੰਦੀ ਹੈ, ਉਹ ਸਿਰਫ ਤੇ ਸਿਰਫ ਗੁਰੂ ਦੇ ਕੋਲ ਹੁੰਦੀ ਹੈ। ਔਰ ਸਿਰਫ ਤੇ ਸਿਰਫ ਸਾਨੂੰ ਗੁਰੂ ਸਾਹਿਬ ਦੇ ਸਕਦੇ ਨੇ। ਅਸੀਂ ਕੋਸ਼ਿਸ਼ ਕਰਨੀ ਸਾਰਿਆਂ ਨੇ ਹਮੇਸ਼ਾ ਹਮੇਸ਼ਾ, ਸਾਡੇ ਆਸ-ਪਾਸ ਜਿੰਨੀ ਮਰਜ਼ੀ ਨੈਗੇਟਿਵਿਟੀ ਹੋਵੇ, ਆਸ-ਪਾਸ ਕੁਛ ਵੀ ਅੱਛਾ ਨਹੀਂ ਲੱਗ ਰਿਹਾ ਹੋਵੇ, ਜੋ ਮਰਜ਼ੀ ਦੁਨੀਆ ਦੇ ਵਿੱਚ ਹੋ ਰਿਹਾ ਹੋਵੇ, ਹਮੇਸ਼ਾ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਣਾ ਹੈ ਕਿ ਕਰਨ ਵਾਲਾ ਸਿਰਫ ਤੇ ਸਿਰਫ ਵਾਹਿਗੁਰੂ ਹੈ। ਉਹ ਚਾਹਵੇ ਤੇ ਹੁਣੇ ਇਸੀ ਸੈਕਿੰਡ ਦੁਨੀਆ ਤਬਾਹ ਕਰ ਸਕਦਾ ਹੈ ਵਿਦਾਊਟ ਐਨੀ ਰੀਜ਼ਨ। ਕਿਉਂਕਿ ਇਟ ਇਜ਼ ਲਾਈਕ ਅ ਪੇਂਟਿੰਗ। ਦੁਨੀਆ ਨਾ, ਜੋ ਦ ਵਰਲਡ ਇਜ਼ ਲਾਈਕ ਅ ਪੇਂਟਿੰਗ, ਤੇ ਉਹਦਾ ਪੇਂਟਰ ਕੌਣ ਹੈ? ਉਹ ਪੇਂਟਰ ਹੈ ਵਾਹਿਗੁਰੂ ਜੀ। ਬਾਕੀ ਸਾਰੀ ਪੇਂਟਿੰਗ ਹੁੰਦੀ ਹੈ ਨਾ, ਅਸੀਂ ਦੇਖਦੇ ਜਦੋਂ ਕੋਈ ਪੇਂਟਰ ਪੇਂਟਿੰਗ ਬਣਾਉਂਦਾ ਹੈ ਨਾ, ਇੱਕ ਪੇਂਟਿੰਗ ਹੈ, ਇੱਕ ਪੇਂਟਰ ਦਾ ਹੱਥ ਹੈ। ਪੇਂਟਰ ਆਪਣੇ ਹੱਥ ਨਾਲ ਪੇਂਟਿੰਗ ਬਣਾਉਂਦਾ ਹੈ, ਤੇ ਪੇਂਟਿੰਗ ਵੱਖਰੀ ਹੈ ਤੇ ਪੇਂਟਰ ਵੱਖਰਾ ਹੈ। ਇਹ ਪੇਂਟਿੰਗ ਹੈ, ਇਹ ਪੇਂਟਰ ਹੈ, ਇਹ ਦੋ ਅਲੱਗ-ਅਲੱਗ ਨੇ। ਪਰ ਵਾਹਿਗੁਰੂ ਜੀ ਇੱਕ ਐਸੇ ਪੇਂਟਰ ਨੇ ਜਿਨ੍ਹਾਂ ਨੇ ਇਹ ਨਹੀਂ ਕੀਤਾ ਕਿ ਪੇਂਟਿੰਗ ਬਣਾਈ ਔਰ ਆਪ ਵੱਖਰੇ ਹੋ ਗਏ, ਪੇਂਟਿੰਗ ਨੂੰ ਵੱਖਰੀ ਕਰਤਾ। ਨਹੀਂ, ਵਾਹਿਗੁਰੂ ਜੀ ਏਦਾਂ ਦੇ ਪੇਂਟਰ ਨੇ ਜਿਹੜੇ ਪੇਂਟਿੰਗ ਦੇ ਵਿੱਚ ਵਸੇ ਨੇ, ਸਾਡੇ ਵਿੱਚ ਨੇ। ਹਰ ਵੇਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਮੇਸ਼ਾ ਮੇਰੀ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਦੇ ਨੇ, ਨਿੱਕੀ ਨਿੱਕੀ ਚੀਜ਼ ਦਾ। ਮੈਨੂੰ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਇਸ ਵੇਲੇ ਭੁੱਖ ਲੱਗੇਗੀ, ਕਿਸੇ ਨਾ ਕਿਸੇ ਤਰੀਕੇ ਮੇਰੇ ਘਰ ਦੇ ਵਿੱਚ ਰਾਸ਼ਨ ਜ਼ਰੂਰ ਆਏਗਾ। ਉਹਨਾਂ ਨੂੰ ਪਤਾ ਹੈ ਕਿ ਮੈਨੂੰ ਪਿਆਸ ਲੱਗੀ ਤੇ ਕਦੀ ਦੁਨੀਆ 'ਚ ਪਾਣੀ ਨਹੀਂ ਖਤਮ ਹੋਣ ਦੇਣਗੇ ਉਹ। ਜੇ ਉਹ ਭੁੱਖ ਪਾਉਂਦਾ ਹੈ ਤੇ ਉਹ ਭੁੱਖ ਨੂੰ ਭਰਨ ਵਾਸਤੇ ਵੀ ਚੀਜ਼ਾਂ ਪਾਉਂਦਾ ਹੈ। ਵਾਹਿਗੁਰੂ ਜੀ ਮੇਰੇ ਵਾਸਤੇ ਇੰਨੀ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਦੇ ਨੇ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਨਾ ਕਿਸੇ ਹੋਰ ਦੇ ਕਰਕੇ ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਹਾਂ। ਤੇ ਫਿਰ ਜਿਹਨੂੰ ਵਾਹਿਗੁਰੂ ਜੀ, ਜੇਕਰ ਅਸੀਂ ਵਾਹਿਗੁਰੂ ਜੀ ਨੂੰ ਭੁੱਲਦੇ ਨਾ, ਵਾਹਿਗੁਰੂ ਜੀ ਵਿਸਾਰਦੇ ਨਹੀਂ, ਕੁਝ ਕਹਿੰਦੇ ਨਹੀਂ ਨੇ। ਜਿਸ ਵੇਲੇ ਵਾਹਿਗੁਰੂ ਜੀ ਸਾਨੂੰ ਭੁੱਲ ਗਏ ਨਾ, ਤੇ ਸਾਡਾ ਕੁਝ ਰਹਿਣਾ ਨਹੀਂ। ਅਸੀਂ ਹਮੇਸ਼ਾ ਕੋਸ਼ਿਸ਼ ਕਰਨੀ, ਆਪਣੇ ਮਨ ਨੂੰ ਨਾ ਇਹ ਚੀਜ਼ ਜ਼ਰੂਰ ਸਮਝਾਉਣੀ ਕਿ ਮਨਾ, ਜਿਹਦੇ ਕੋਲ ਸਭ ਕੁਝ ਹੈ ਨਾ, ਜਿਹਦੇ ਦਰ ਤੋਂ ਸਭ ਕੁਝ ਮਿਲਣਾ ਹੈ, ਉਹਨੂੰ ਕਦੀ ਵੀ ਵਿਸਾਰਨਾ ਨਹੀਂ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਦਿਨ ਹੋਵੇ ਭਾਵੇਂ ਰਾਤ ਹੋਵੇ, ਉਸ ਆਪਣੇ ਸਤਿਗੁਰ ਨੂੰ ਹਮੇਸ਼ਾ ਸਿਮਰਦੇ ਰਹਿਣਾ, ਹਮੇਸ਼ਾ ਚੇਤੇ 'ਚ ਰਹਿਣਾ, ਹਮੇਸ਼ਾ ਉਹਦੇ ਸ਼ੁਕਰ 'ਚ ਰਹਿਣਾ। ਅਸੀਂ ਜਿੰਨਾ ਜ਼ਿਆਦਾ ਸ਼ੁਕਰ ਵਿੱਚ ਰਵਾਂਗੇ ਨਾ, ਸਾਡੀ ਲਾਈਫ ਓਨੀ ਈਜ਼ੀ ਹੋ ਜਾਏਗੀ, ਓਨੀ ਈਜ਼ੀ ਹੋ ਜਾਏਗੀ। ਸਤਿਗੁਰ ਕਿਰਪਾ ਕਰੇ। ਮੈਂ ਬਹੁਤ ਮਾਫੀ ਚਾਹੁੰਦੀ ਹਾਂ, ਮੈਂ 3-4 ਮਿੰਟ ਉੱਪਰ ਲੈ ਗਈ ਹਾਂ, ਮਹਾਰਾਜ ਕਿਰਪਾ ਕਰਨ। ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੰਗਤ ਦਾ। ਮਹਾਰਾਜ ਕਿਰਪਾ ਕਰਨ, ਆਪ ਜੀ ਬਸ ਏਦਾਂ ਹੀ ਸੇਵਾ ਲੈਂਦੇ ਰਹਿਣ। ਤੇ ਵਾਹਿਗੁਰੂ ਜਿਵੇਂ ਆਪ ਜੀ ਦੀ ਅੱਗੇ ਆਗਿਆ ਹੋਵੇ, ਕੋਈ ਸਵਾਲ, ਐਨੀ ਕੁਐਸਚਨ ਕਿਸੇ ਬੱਚੇ ਦਾ ਹੋਵੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਸੌਖੇ ਸ਼ਬਦਾਂ ਦੇ ਵਿੱਚ ਪ੍ਰੈਕਟੀਕਲੀ ਜੀਵਨ ਦੇ ਵਿੱਚੋਂ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਗੁਰੂ ਪ੍ਰਤੀ ਵਿਸ਼ਵਾਸ ਬਣਾਉਣ ਦੇ ਵਿੱਚ ਬਹੁਤ ਵਧੀਆ ਚੰਗੇ ਸ਼ਬਦ ਵਰਤੇ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ। ਤੇ ਕਿਸ ਤਰ੍ਹਾਂ ਆਪ ਜੀ ਨੇ ਸਮਝਾਇਆ ਕਿ ਆਪਾਂ ਦੁਨੀਆ ਦੇ ਵਿੱਚ ਇਕੱਲਾ ਪੈਸਾ ਕਮਾਉਣ ਨਹੀਂ ਆਏ, ਆਪਾਂ ਜੋਬਾਂ ਕਰਨ ਨਹੀਂ ਆਏ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਦੇ ਆਪਾਂ ਪੰਕਤੀ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਰੋਜ਼। ਪਰ ਅਸਲੀ ਜੋ ਅੱਜ ਜ਼ਿੰਦਗੀ ਦਾ ਮਕਸਦ ਕੀ ਹੈ, ਉਹਦੇ ਬਾਰੇ ਸਾਰਿਆਂ ਨੂੰ ਸਮਝਾਇਆ ਜੀ। ਤੇ ਬਾਕੀ ਇੱਕ ਸਮੇਂ ਦਾ ਜੀ, ਸਮਾਂ ਬਹੁਤ ਹੀ ਸੌਖਾ, ਪਤਾ ਹੀ ਨਹੀਂ ਲੱਗਿਆ ਜੀ ਕਦੋਂ ਲੰਘਿਆ। ਹੁਣ ਕੁਝ ਬੱਚਿਆਂ ਦੇ ਹੈਂਡ ਰੇਜ ਨੇ, ਦੇਵਾਂਗੇ ਜੀ। ਸਭ ਤੋਂ ਪਹਿਲਾ ਬੱਚਾ
ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵਾਹਿਗੁਰੂ ਤਾਂ ਜੀ ਮੈਂ ਕਾ ਭੈਣ ਜੀ ਦਾ ਬਹੁਤ ਧੰਨਵਾਦ ਕਰਾਂਗੀ, ਉਹਨਾਂ ਨੇ ਸਾਨੂੰ ਇੰਨਾ ਵਧੀਆ ਸਮਝਾਇਆ। ਤੇ ਮੇਰਾ ਕੁਐਸਚਨ ਸੀ ਕਿ ਅਸੀਂ ਵਾਹਿਗੁਰੂ ਜੀ ਦਾ ਪਿਆਰ ਕਿਵੇਂ ਲੈ ਸਕਦੇ ਹਾਂ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬੜਾ ਇੰਪੋਰਟੈਂਟ, ਪਰ ਮੈਂ ਸੱਚੀ ਕਹਾਂਗੀ ਇਹ ਬੜਾ ਸੌਖਾ ਜਿਹਾ ਸਵਾਲ ਹੈ। ਦੇਖੋ, ਜਦੋਂ ਇੱਕ ਪਿਤਾ ਹੁੰਦਾ ਹੈ ਨਾ, ਪਿਤਾ ਹੁੰਦਾ ਹੈ ਤੇ ਕੀ ਹੁੰਦਾ ਹੈ ਕਿ ਮੈਂ ਪਿਤਾ ਜੀ ਕੋਲ ਕੋਈ ਚੀਜ਼ ਮੰਗੀ ਹੈ, ਪਿਤਾ ਜੀ ਕਹਿੰਦੇ ਮੈਂ ਤੈਨੂੰ ਨਹੀਂ ਲੈ ਕੇ ਦੇਣੀ, ਮੈਂ ਕਹਿੰਦਾ ਪਿਤਾ ਜੀ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ, ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ, ਤੇ ਮੈਂ ਦੂਜੇ ਕਮਰੇ 'ਚ ਨਾਰਾਜ਼ ਹੋ ਕੇ ਚਲੀ ਗਈ, ਹੈ ਨਾ। ਤੇ 10 ਕੁ ਮਿੰਟ ਬਾਅਦ ਮੈਨੂੰ ਪਤਾ ਹੈ ਕਿ ਹੋਰ ਤੇ ਕਿਤੋਂ ਕੁਛ ਨਹੀਂ ਮਿਲਣਾ ਹੈ, ਮਿਲਣਾ ਤੇ ਪਾਪਾ ਕੋਈ ਹੈ। ਮੈਂ ਫਿਰ ਰੋਕ ਬੈਠ ਕੇ ਵਾਪਸ ਆ ਗਈ ਕਿ ਪਾਪਾ ਪਲੀਜ਼ ਦੇ ਦਿਓ, ਪਲੀਜ਼ ਲੈ ਦਿਓ, ਪਲੀਜ਼। ਅਸੀਂ ਕਿੰਨੀ ਵਾਰੀ ਪਲੀਜ਼ ਬੋਲਦੇ ਹਾਂ, ਹਨਾ। ਸਿਰਫ ਇਹੀ ਹੈ, ਗੁਰੂ ਸਾਹਿਬ ਨੂੰ ਮਨਾਉਣ ਵਾਸਤੇ, ਗੁਰੂ ਸਾਹਿਬ ਨੂੰ ਦਾ ਪਿਆਰ ਲੈਣ ਵਾਸਤੇ ਨਾ, ਗੁਰੂ ਸਾਹਿਬ ਸਿਰਫ ਤੇ ਸਿਰਫ ਸਾਡੇ ਕੋਲ ਇੱਕੋ ਹੀ ਚੀਜ਼ ਚਾਹੁੰਦੇ ਨੇ। ਉਹ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹਦਾ ਮਤਲਬ ਇਹ ਨਹੀਂ ਮੈਂ ਸਿਰ ਕੱਟ ਲੈਣਾ, ਉਹਨੂੰ ਹੱਥ ਤੇ ਰੱਖ ਲੈਣਾ ਫਿਰ ਗੁਰੂ, ਨਹੀਂ। ਇੱਥੇ ਸਿਰ ਧਰ ਦਾ ਮਤਲਬ ਕੀ ਮਤਲਬ ਹੈ? ਇੱਥੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਜਿੰਨੀਆਂ ਤੇਰੀਆਂ ਡਿਜ਼ਾਇਰਸ ਨੇ ਨਾ, ਜਿੰਨੀਆਂ ਤੇਰੀਆਂ ਐਕਸਪੈਕਟੇਸ਼ਨਸ ਨੇ, ਜਿੰਨੇ ਤੂੰ ਅੰਦਰ ਉਹ ਰੱਖਿਆ ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ, ਗੁਰੂ ਸਾਹਿਬ ਨੂੰ ਛੱਡ ਕੇ ਜਿੰਨਾ ਵੀ ਉਹ ਮਾਇਆ ਦਾ ਸਰੂਪ ਹੈ ਨਾ, ਉਹਨੂੰ ਆਪਣੇ ਦਿਮਾਗ ਤੋਂ ਕੱਢ ਕੇ ਨਾ ਆਪਣੇ ਹੱਥ ਵਿੱਚ ਲੈ ਕੇ ਗੁਰੂ ਦੇ ਚਰਨਾਂ 'ਚ ਰੱਖ ਦੇਣਾ। ਗੁਰੂ ਸਾਹਿਬ, ਜੇਕਰ ਤੁਸੀਂ ਮਿਲ ਗਏ ਨਾ, ਫਿਰ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਸਿਰਫ ਤੇ ਸਿਰਫ ਤੁਸੀਂ ਚਾਹੀਦੇ ਹੋ। ਜੇ ਗੁਰੂ ਸਾਹਿਬ ਨੂੰ ਰਿਝਾਉਣਾ ਹੈ, ਗੁਰੂ ਸਾਹਿਬ ਦਾ ਪਿਆਰ ਲੈਣਾ ਨਾ, ਅਰਦਾਸ ਵਿੱਚ ਸਿਰਫ ਇੱਕੋ ਹੀ ਚੀਜ਼, ਸਿਰਫ ਇੱਕੋ ਹੀ ਬੇਨਤੀ ਕਰਨੀ ਹੈ, ਗੁਰੂ ਸਾਹਿਬ ਜਿੱਥੇ ਵੀ ਰੱਖੋ, ਆਪਣੇ ਚਰਨਾਂ ਕਮਲਾਂ ਪਾਸ ਰੱਖੋ, ਜਿੱਥੇ ਵੀ ਰੱਖੋ, ਜਿਵੇਂ ਵੀ ਆਪ ਜੀ ਨੂੰ ਭਾਵੇ ਉੱਥੇ ਰੱਖਣਾ, ਤੇ ਹਮੇਸ਼ਾ ਆਪਣੇ ਸ਼ੁਕਰ 'ਚ ਰੱਖਣਾ। ਜਦੋਂ ਅਸੀਂ ਇਹ ਅਰਦਾਸ ਕਰਨੀ ਸਿੱਖ ਜਾਵਾਂਗੇ ਨਾ, ਗੁਰੂ ਸਾਹਿਬ ਦੇ ਆਲਰੇਡੀ ਵੇਟ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਚਰਨ ਚਰਨ ਗੁਰ ਏਕ ਪੈਂਡਾ ਕੋਟ ਪੈਂਡਾ। ਤੁਸੀਂ ਬਸ ਇੰਨਾ ਕੁ ਸਟੈਪ ਲੈਣਾ ਹੈ, ਬਾਕੀ ਗੁਰੂ ਸਾਹਿਬ ਨੇ ਕਰ ਲੈਣਾ। ਉਹ ਕਹਿੰਦੇ ਗੁਰੂ ਸਾਹਿਬ ਨੇ ਥੋੜਾ ਕਦਮ ਚੱਲ ਕੇ ਆ ਜਾਣਾ, ਬਸ ਤੂੰ ਇੱਕ ਸਟੈਪ ਲੈ। ਤੇ ਅਸੀਂ ਇੱਕ ਸਟੈਪ ਲੈਣਾ, ਗੁਰੂ ਸਾਹਿਬ ਨੂੰ ਅਰਦਾਸ ਕਰਨੀ, ਗੁਰੂ ਸਾਹਿਬ ਮੈਂ ਨਹੀਂ ਕੁਛ ਮੰਗਣਾ ਤੁਹਾਡੇ ਤੋਂ, ਮੈਂ ਨਹੀਂ ਮੰਗਣਾ ਕਿ ਮੇਰੇ 100 ਮਾਰਕਸ ਆ ਜਾਣ, ਮੈਂ ਫਸਟ ਆ ਜਾਵਾਂ, ਮੈਨੂੰ ਇਹ ਲੈ ਦਿਓ, ਮੈਨੂੰ ਉਹ ਲੈ ਦਿਓ, ਮੈਂ ਕੁਛ ਨਹੀਂ ਮੰਗਣਾ, ਚਾਹੀਦਾ ਹੀ ਨਹੀਂ। ਕੀ ਮਿਲੇਗਾ? ਅਸੀਂ ਦੁਨੀਆ ਨੂੰ ਖੁਸ਼ ਕਰਾਂਗੇ ਨਾ। ਜਿਹੜੀਆਂ ਪਦਾਰਥਾਂ ਵਾਲੀਆਂ ਖੁਸ਼ੀਆਂ ਹੁੰਦੀਆਂ ਨੇ ਨਾ, ਸੱਚੀ ਜਾਣਿਓ ਵਾਹਿਗੁਰੂ, ਮੈਂ ਆਪ ਜੀ ਸਾਰਿਆਂ ਨਾਲ ਇਹ ਮਤਲਬ ਮੈਂ ਪ੍ਰੈਕਟੀਕਲੀ ਇਹ ਚੀਜ਼ ਨੂੰ ਫੀਲ ਕੀਤਾ, ਤੇ ਮੈਂ ਤਾਂ ਕਹਿ ਰਹੀ ਹਾਂ, ਤੁਸੀਂ ਜੇਕਰ iPhone 10s ਲੈ ਲਓ, ਠੀਕ ਹੈ, ਲੈ ਲਓ, 70,000 ਦਾ ਫੋਨ ਲੈ ਲਿਆ, ਪਹਿਲੇ ਰੋ ਪਿੱਟ ਲਿਆ, ਫੋਨ ਲੈ ਲਿਆ, ਠੀਕ ਹੈ। ਜੇ ਇਸ ਵੇਲੇ ਜੋ ਖੁਸ਼ੀ ਉਹਨੂੰ ਪਹਿਲੀ ਵਾਰ ਹੱਥ 'ਚ ਫੜਨ ਦੀ ਸੀਗੀ ਨਾ, ਕਿਤੇ ਤੁਸੀਂ 4 ਦਿਨ ਬਾਅਦ ਆਪਣੇ ਆਪ ਨੂੰ ਪੁੱਛੋ ਕਿ ਤੈਨੂੰ ਸੇਮ ਖੁਸ਼ੀ ਹੋ ਰਹੀ ਹੈ? ਕਦੇ ਨਹੀਂ ਹੁੰਦੀ ਹੈ। ਤੁਸੀਂ ਮਹੀਨੇ ਬਾਅਦ ਉਹੀ ਵਾਲੇ ਫੋਨ ਨੂੰ ਦੁਬਾਰਾ ਫੜੋ, ਪੈਸੇ ਦੀ ਕੀਮਤ ਤੇ ਘੱਟ ਨਹੀਂ ਹੋਈ, ਉਹਦੀ ਪ੍ਰਾਈਸ ਵੈਲਿਊ ਤਾਂ ਉਹਦੀ ਸੇਮ ਰਹੀ, 70,000 ਦਾ ਹੀ ਰਿਹਾ, ਪਰ ਤੁਹਾਡੇ ਅੰਦਰ ਨੂੰ ਉਹ ਖੁਸ਼ੀ ਨਹੀਂ ਮਿਲਦੀ ਜੋ ਖੁਸ਼ੀ ਇੱਕ ਵਾਰ 'ਚ ਮਿਲ ਗਈ। ਬਸ ਉਹ ਕਦੇ ਪਰਮ ਸੱਚਾ ਆਨੰਦ ਨਹੀਂ ਹੈ, ਉਹ ਕਦੇ ਅਸਲੀ ਖੁਸ਼ੀ ਨਹੀਂ ਹੈ। ਅਸਲੀ ਖੁਸ਼ੀ ਸਿਰਫ ਪਰਮਾਤਮਾ ਕੋਲ ਹੈ। ਅਸੀਂ ਸਿਰਫ ਇੱਕ ਸਟੈਪ ਚੁੱਕਣਾ ਹੈ, ਗੁਰੂ ਸਾਹਿਬ ਨੇ ਆਪੇ ਖੁਸ਼ੀਆਂ ਬਖਸ਼ਣੀਆਂ। ਹਾਂਜੀ, ਅੱਗੇ ਬੱਚਾ ਜੀ। ਮੈਮ ਵਾਹਿਗੁਰੂ ਹਾਂਜੀ ਜੀ ਬੇਟਾ ਕਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੇਰਾ ਇਹ ਸਵਾਲ ਹੈ ਜੀ, ਵੀ ਤੁਸੀਂ ਦੱਸਿਆ ਸੀ ਵੀ ਸਿੱਖ ਗੁਰੂ ਦੇ ਸਾਹਮਣੇ 2 ਗੱਲਾਂ ਕਰ ਸਕਦਾ, ਉਹ ਕਿਹੜੀਆਂ ਕਰ ਸਕਦਾ ਹੈ ਜੀ? ਵਾਹਿਗੁਰੂ, ਜਦੋਂ ਅਸੀਂ ਪਿਛਲੀ ਵਾਰ ਜਿਹੜੀ ਟੌਪਿਕ 'ਚ ਜੁੜੇ ਸੀ ਨਾ, ਤੇ ਅਸੀਂ ਇਹ ਗੱਲ ਕੀਤੀ ਸੀਗੀ ਕਿ ਸਿੱਖ ਨੂੰ ਨਾ ਗੁਰੂ ਸਾਹਿਬ ਨੇ 2 ਚੀਜ਼ਾਂ ਬੜੀਆਂ ਪਾਵਰਫੁਲ ਬਖਸ਼ੀਆਂ ਨੇ। ਉਹ 2 ਚੀਜ਼ਾਂ ਕਰਕੇ ਨਾ ਸਿੱਖ ਆਪਣੇ ਸਾਰੇ ਕਰਮ ਚੇਂਜ ਕਰਵਾ ਸਕਦਾ ਹੈ ਤੇ ਕੁਛ ਵੀ ਕਰ ਸਕਦਾ ਹੈ ਜ਼ਿੰਦਗੀ 'ਚ। ਉਹ 2 ਚੀਜ਼ਾਂ ਨੇ, ਉਦਮ ਤੇ ਅਰਦਾਸ। ਜੋ ਮਰਜ਼ੀ ਹੋ ਜਾਵੇ, ਜੇ ਸਿੱਖ ਦੇ ਜੀਵਨ ਵਿੱਚ ਉਦਮ ਨਹੀਂ ਖਤਮ ਹੋਇਆ ਨਾ, ਉਦਮ ਮੀਨਸ ਜਦੋਂ ਵੀ ਟਰਾਈ ਜਦੋਂ ਅਸੀਂ ਟਰਾਈ ਕਰਦੇ ਕਿਸੇ ਚੀਜ਼ ਨੂੰ ਲੈ ਕੇ, ਮੇਰੇ ਮਨ ਵਿੱਚ ਉਹ ਇੱਛਾ ਰਵੇ ਕਿ ਨਹੀਂ ਮੈਨੂੰ ਅਟੈਂਪਟ ਕਰਨਾ ਹੈ, ਮੈਂ ਕੋਸ਼ਿਸ਼ ਕਰਨੀ ਹੈ, ਜੇ ਉਹ ਫੀਲਿੰਗ ਉਦਮ ਰਹਿੰਦਾ ਹੈ ਤੇ ਸਿੱਖ ਦੇ ਉੱਪਰ ਗੁਰੂ ਆਪ ਕਿਰਪਾ ਕਰਦਾ ਹੈ। ਤੇ ਦੂਸਰੀ ਚੀਜ਼ ਹੈ, ਜ਼ਰੂਰੀ ਨਹੀਂ ਕਿ ਮੈਂ ਹਮੇਸ਼ਾ ਇਹ ਕਹਿਣਾ ਵੀ ਮੈਂ ਤੇ ਗਈ ਸੀ ਸੇਵਾ ਕਰਨ, ਮੈਂ ਤੇ ਕਰ ਲਈ, ਫਿਰ ਵੀ ਗੁਰੂ ਸਾਹਿਬ ਨੇ ਮੇਰਾ ਕੰਮ ਨਹੀਂ ਕੀਤਾ। ਮੈਨੂੰ ਤੇ ਕਿਸੇ ਨੇ ਕਿਹਾ ਸੀ ਕਿ 40 ਦਿਨ ਤੁਸੀਂ ਲੰਗਰ ਦੀ ਸੇਵਾ ਕਰੋ, ਫਿਰ ਤੁਹਾਡਾ ਇਹ ਕੰਮ ਹੋ ਜਾਏਗਾ, ਤੇ ਗੁਰੂ ਸਾਹਿਬ ਨੇ ਤੇ ਮੇਰੀ ਮੰਨਤ ਨਹੀਂ ਕੰਪਲੀਟ ਕੀਤੀ, ਹਨਾ, ਮੇਰੀ ਤਾਂ ਗੱਲ ਨਹੀਂ ਮੰਨੀ, ਮੇਰੀ ਸੇਵਾ ਕਬੂਲ ਨਹੀਂ ਹੋਈ, ਤੇ ਏਦਾਂ ਹੁੰਦਾ ਓਦਾਂ ਹੁੰਦਾ, ਹਨਾ। ਨਹੀਂ, ਸਿਰਫ ਸਿੱਖ ਦਾ ਉਦਮ ਸਭ ਕੁਛ ਨਹੀਂ, ਗੁਰੂ ਦੀ ਮਿਹਰ ਸਭ ਕੁਛ ਹੈ। ਤੇ ਉਹ ਕਿੱਦਾਂ ਆਉਂਦੀ ਹੈ? ਸਿੱਖ ਦੀ ਅਰਦਾਸ ਨਾਲ।
मैं कर्म भी करना है, मैं उद्यम भी करना है, पर मैं अरदास जरूर करनी है कि गुरु साहब जे मैं एक कदम चलना ना, गुरु साहब मैं चलन लगा पर मैं तुहाडा बच्चा, गलती हो जाती है गुरु साहब, गलती हो ही जानी है। ਅਸੀਂ ਅਰਦਾਸ 'ਚ ਇਹ ਨਹੀਂ ਬੋਲਣਾ ਗੁਰੂ ਸਾਹਿਬ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਸੀਂ ਅਕਸਰ ਇਹ ਸ਼ਬਦ ਯੂਜ਼ ਕਰਦੇ ਹਾਂ ਨਾ ਵੀ ਪਾਤਸ਼ਾਹ ਆਪ ਜੀ ਨੇ ਸੇਵਾ ਲਈ ਇਸ ਪਾਠ ਦੀ ਜਾਂ ਇਸ ਚੀਜ਼ ਦੀ ਸੇਵਾ ਲਈ ਤੇ ਦਾਸ ਪਾਸੋਂ ਸੇਵਾ ਕਰਦੇ ਆ, ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ। ਅਸੀਂ ਅਕਸਰ ਬੋਲਦੇ ਹਾਂ ਨਾ ਅਰਦਾਸ 'ਚ, ਅਸੀਂ ਸ਼ਬਦ ਜੇਕਰ ਥੋੜੇ ਜਿਹੇ ਚੇਂਜ ਕਰੀਏ ਨਾ, ਸਤਿਗੁਰੂ ਜੀ ਦਾਸ ਕੋਲੋਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਇਹ ਸਕੋਪ ਹੀ ਨਹੀਂ ਆ ਕਿ ਹੋਈਆਂ ਨਾ ਹੁਣ, ਹੋ ਗਈਆਂ ਕਿਵੇਂ ਹੁਣ, ਹੋਈਆਂ ਹੀ ਨੇ, ਪੱਕਾ ਹੀ ਨੇ, ਕਿਉਂਕਿ ਅਸੀਂ ਗਲਤੀਆਂ ਕਰਨੀਆਂ ਹੀ ਨੇ। ਸਾਡਾ ਧਿਆਨ ਨਹੀਂ ਹੁੰਦਾ ਬਾਣੀ ਪੜ੍ਹਨ 'ਚ ਕਈ ਵਾਰ, ਹਨਾ, ਅਸੀਂ ਬੈਠੇ ਬੈਠੇ ਮੂੰਹ 'ਚੋਂ ਕੁਛ ਬਾਣੀ ਦੀ ਬੇਅਦਬੀ ਕਰਦੇ ਨੇ, ਬਹੁਤ ਕੁਛ ਹੁੰਦਾ। ਸਿੱਖ ਨੇ ਜਦੋਂ ਕੋਈ ਕੰਮ ਕਰਨਾ ਹੈ, ਉਦਮ ਕਰਨਾ ਹੈ, ਨਾਲ ਅਰਦਾਸ ਵੀ ਕਰਨੀ ਹੈ ਕਿ ਗੁਰੂ ਸਾਹਿਬ ਮੈਂ ਕੋਸ਼ਿਸ਼ ਕਰਨ ਲੱਗਾ ਪਰ ਇਹ ਸਫਲਤਾ ਆਉਣੀ ਹੈ ਜੇਕਰ ਤੁਸੀਂ ਕਿਰਪਾ ਕਰੋ, ਜੇਕਰ ਸਤਿਗੁਰੂ ਜੀ ਤੁਸੀਂ ਵਿੱਚ ਆਪ ਵਰਤੋ, ਤੁਸੀਂ ਤਰੁੱਠੋ ਤਾਂ ਹੀ ਕਿਰਪਾ ਹੋਣੀ ਹੈ, ਨਹੀਂ ਤੇ ਨਹੀਂ ਹੋਣੀ। ਸਿੱਖ ਨੇ ਦੋ ਚੀਜ਼ਾਂ ਕਰਨੀਆਂ, ਮੈਂ ਰਿਪੀਟ ਕਰਨੀ ਹੈ ਵਾਹਿਗੁਰੂ, ਸਿੱਖ ਕੋਲ ਦੋ ਚੀਜ਼ਾਂ ਨੇ। ਫਰਸਟ ਇਜ਼ ਉਦਮ, ਉਦਮ ਇਜ਼ ਐਫਰਟਸ, ਜੋ ਅਸੀਂ ਕਿਸ ਚੀਜ਼ ਨੂੰ ਕਰਨ ਦੇ ਐਫਰਟਸ ਕਰਦੇ ਹਾਂ। ਸੈਕੰਡ ਇਜ਼ ਅਰਦਾਸ, ਅਰਦਾਸ ਇਜ਼ ਪ੍ਰੇਅਰ, ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰੋ ਤਾਂ ਮੇਰੇ ਕੀਤੇ ਹੋਏ ਉਦਮ ਨੂੰ ਫਲ ਲੱਗ ਸਕਦਾ ਹੈ। ਠੀਕ ਹੈ ਜੀ, ਅੱਗੇ ਬੱਚਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਮ ਮੇਰਾ ਕੁਐਸਚਨ ਹੈ ਕਿ ਬਹੁਤ ਲੋਕ ਦੂਜਿਆਂ ਨੂੰ ਦੇਖ ਕੇ ਕਹਿ ਦਿੰਦੇ ਆ ਕਿ ਪਰਮਾਤਮਾ ਨੇ ਮੈਨੂੰ ਆ ਨਹੀਂ ਦਿੱਤਾ, ਹਨਾ, ਫਿਰ ਉਹਨਾਂ ਨੂੰ ਆਪਾਂ ਕਿਵੇਂ ਸਮਝਾ ਸਕਦੇ ਹਾਂ ਵੀ ਜਿਹੜਾ ਕੁਛ ਮਿਲਿਆ ਉਹਦੇ ਕਰਨਾ। ਵੈਰੀ ਨਾਈਸ ਕੁਐਸਚਨ। ਅਸੀਂ ਇਸ ਚੀਜ਼ ਨੂੰ ਨਾ ਬੜਾ ਇੰਪੋਰਟੈਂਟ ਹੈਗਾ ਕਿਉਂਕਿ ਕਈ ਵਾਰ ਮੈਂ ਆਪਣੇ ਆਪ ਨੂੰ ਤਾਂ ਸਮਝਾ ਹੀ ਲੈਂਦੀ ਹਾਂ, ਹਨਾ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਆਪ ਨੂੰ ਸੈਟਿਸਫਾਈ ਕਰ ਲਵਾਂ ਕਿ ਠੀਕ ਹੈ ਗੁਰੂ ਵਾਹਿਗੁਰੂ ਜੀ ਨੇ ਨਹੀਂ ਦਿੱਤਾ ਤੇ ਮਤਲਬ ਇਹਦੇ ਵਿੱਚ ਨਾ ਮੇਰਾ ਅੱਛਾ ਨਹੀਂ ਹੋਏਗਾ ਤਾਂ ਹੀ ਨਹੀਂ ਦਿੱਤਾ। ਪਰ ਕਈ ਵਾਰ ਨਾ ਮੇਰੀ ਫਰੈਂਡਸ ਕੰਪਨੀ ਜਾਂ ਮੇਰੀ ਸਰਾਊਂਡਿੰਗ, ਮੇਰੇ ਆਸ-ਪਾਸ ਦੇ ਜੋ ਮਿੱਤਰ ਦੋਸਤ ਹੁੰਦੇ ਨੇ, ਕਈ ਵਾਰ ਤਾਂ ਵਾਹਿਗੁਰੂ ਫੀਲ ਨਹੀਂ ਕਰਨਾ ਪਰ ਕਈ ਵਾਰ ਘਰ ਦੇ ਹੀ ਹੁੰਦੇ ਨੇ ਜੋ ਸਾਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਜ਼ਿਆਦਾ ਪਾਠ ਪੂਠ ਨਾ ਕਰਿਆ ਕਰ। ਸਾਡੇ ਮਾਪਿਓ ਕਹਿ ਦਿੰਦੇ ਨੇ ਕਈ ਵਾਰ ਜ਼ਿਆਦਾ ਪਾਠ ਪੂਠ ਨਾ ਕਰਿਆ ਕਰ, ਕਦੀ ਪੜ੍ਹ ਲਿਆ ਕਰ, ਤੇਰੇ ਮਾਰਕਸ ਤਾਂ ਹੀ ਨਹੀਂ ਆਉਂਦੇ, ਪੂਰਾ ਦਿਨ ਪਾਠ ਕਰਦੀ ਰਹਿੰਦੀ ਆ, ਤੂੰ ਪੜ੍ਹਦੀ ਨਹੀਂ ਆ, ਹਨਾ। ਤੇ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਸਿਰਫ ਪੜ੍ਹਾਈ ਨਹੀਂ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਗੁਰੂ ਸਾਹਿਬ ਸਾਨੂੰ ਨਹੀਂ ਦਿੰਦੇ ਤੇ ਦੂਜਿਆਂ ਨੂੰ ਕਿਵੇਂ ਸਮਝਾਉਣਾ, ਆਪ ਜੀ ਦਾ ਸਵਾਲ ਹੈ। ਪਹਿਲੀ ਚੀਜ਼ ਕਿ ਅਸੀਂ ਸਮਝਾਉਣਾ ਹੀ ਨਹੀਂ ਕਿਉਂਕਿ ਜਿਹਦੇ ਕੋਲ ਭਰੋਸਾ ਨਹੀਂ ਹੈ ਨਾ ਬੱਚੇ, ਉਹ ਕਦੇ ਸਮਝ ਹੀ ਨਹੀਂ ਸਕਦਾ। ਜਿਹੜੇ ਮੈਂ ਆਪਾਂ ਨੂੰ ਉਹ ਆਪ ਜੀ ਨੂੰ ਐਗਜ਼ਾਮਪਲ ਦਿੱਤੀ ਸੀ ਨਾ, ਜਿਹੜੇ ਇਨਸਾਨ ਨੇ ਕਦੀ ਅੱਖਾਂ ਖੋਲੀਆਂ ਹੀ ਨਹੀਂ ਨਾ, ਉਹ ਚਾਨਣ ਜਾਣ ਹੀ ਨਹੀਂ ਸਕਦਾ, ਉਹ ਸਮਝ ਹੀ ਨਹੀਂ ਸਕਦਾ ਕਿ ਚਾਨਣ ਜਦੋਂ ਆਉਂਦਾ ਹੈ ਜੀਵਨ 'ਚ ਤੇ ਕਿੰਨਾ ਜ਼ਿਆਦਾ ਕਲਰਸ ਲੈ ਕੇ ਆਉਂਦਾ ਹੈ। ਜਦੋਂ ਕਮਰੇ 'ਚ ਹਨੇਰਾ ਹੁੰਦਾ ਹੈ ਤੇ ਸਭ ਡਾਰਕ ਹੁੰਦਾ ਹੈ, ਜਿਸ ਵੇਲੇ ਲਾਈਟ ਜਗਦੀ ਹੈ ਤੇ ਆਪ ਜੀ ਨੂੰ ਕਲਰਸ ਦਿਖਣੇ ਸ਼ੁਰੂ ਹੁੰਦੇ ਨੇ ਨਾ, ਇਹ ਬਲੂ ਕਲਰ ਹੈ, ਇਹ ਗ੍ਰੇ ਕਲਰ ਹੈ, ਇਹ ਪਿੰਕ ਹੈ, ਇਹ ਪਰਪਲ ਹੈ, ਸਾਨੂੰ ਕਲਰਸ ਦਿਖਦੇ ਨੇ ਨਾ। ਲਾਈਫ ਦੇ ਵਿੱਚ ਕਲਰਸ ਕਦੋਂ ਆਉਂਦੇ ਨੇ? ਜਦੋਂ ਚਾਨਣ ਆਉਂਦਾ ਹੈ। ਲਾਈਫ ਸੋਹਣੀ ਕਦੋਂ ਲੱਗਦੀ ਹੈ? ਜਦੋਂ ਗਿਆਨ ਦਾ ਚਾਨਣ ਆਉਂਦਾ ਹੈ। ਤੁਸੀਂ ਕਿਸੇ ਅੰਨੇ ਬੰਦੇ ਨੂੰ ਕਹੋ ਨਾ ਕਿ ਬਾਹਰ ਤੇ ਦੇਖ ਕਿੰਨੇ ਸੋਹਣੇ ਸੋਹਣੇ ਗੁਲਾਬ ਦੇ ਫੁੱਲ ਉੱਗੇ ਆ, ਉਹ ਕਦੇ ਨਾ ਉਸ ਚੀਜ਼ ਦੀ ਸੁੰਦਰਤਾ ਨੂੰ ਮਾਣ ਨਹੀਂ ਪਾਏਗਾ, ਉਹਦੀ ਖੁਸ਼ੀ ਨੂੰ ਕਦੀ ਆਪਣੇ ਅੰਦਰੋਂ ਨਹੀਂ ਲਿਆ ਪਾਏਗਾ, ਕਦੇ ਵੀ ਨਹੀਂ। ਚਾਨਣ ਨੂੰ ਮਾਣਨ ਵਾਸਤੇ ਅੱਖਾਂ ਦਾ ਖੁੱਲੇ ਹੋਣਾ ਬਹੁਤ ਜ਼ਰੂਰੀ ਹੈ। ਤੇ ਜੇਕਰ ਤੁਸੀਂ ਕਿਸੇ ਨੂੰ ਸਮਝਾਉਣਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰੋ ਤੁਸੀਂ ਉਹਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕਰੋ, ਰਾਦਰ ਤੁਸੀਂ ਉਹਨੂੰ ਕਹੋ ਕਿ ਇਹ ਸਹੀ ਹੈ ਤੇ ਇਹ ਗਲਤ ਆ। ਉਹਨੂੰ ਪਹਿਲੀ ਗੱਲ ਤੇ ਮੈਂ ਇਹ ਪ੍ਰੈਫਰ ਕਰਾਂਗੀ ਕਿ ਅਵੋਇਡ ਕਰੋ, ਤੁਸੀਂ ਕਿਸੇ ਨੂੰ ਸਮਝਾਉਣਾ ਨਹੀਂ, ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ। ਜੇਕਰ ਗੁਰੂ ਸਾਹਿਬ ਸਮਰੱਥ ਨੇ, ਗੁਰੂ ਸਾਹਿਬ ਚਾਹਣਗੇ ਨਾ ਤੁਹਾਡੇ ਐਕਸ਼ਨਸ ਤੋਂ ਅੱਜ ਤੋਂ ਮਹੀਨੇ ਬਾਅਦ 2 ਮਹੀਨੇ ਬਾਅਦ ਉਹੀ ਵਾਲਾ ਬੰਦਾ ਤੁਹਾਨੂੰ ਖੁਦ ਆ ਕੇ ਕਹੇਗਾ ਕਿ ਚੰਗਾ ਹੋਇਆ ਤੇਰੇ ਕੋਲ ਆ ਚੀਜ਼ ਨਹੀਂ ਸੀਗੀ, ਚੰਗਾ ਹੋਇਆ ਤੇਰੇ ਕੋਲ ਆ ਚੀਜ਼ ਨਹੀਂ ਹੋਈ ਕਿਉਂਕਿ ਮੇਰੇ ਕੋਲ ਸੀਗੀ ਨਾ, ਮੇਰੇ ਨਾਲ ਇਹ ਹੋਇਆ ਹੀ। ਸਾਨੂੰ ਨਾ ਅਸੀਂ ਦੂਰ ਦ੍ਰਿਸ਼ਟੀ ਨਹੀਂ ਹੈਗੇ ਨਾ, ਵੀ ਕੈਨ ਨਾਟ ਸੀ ਫਿਊਚਰ, ਅਸੀਂ ਫਿਊਚਰ ਨਹੀਂ ਦੇਖ ਸਕਦੇ, ਅਸੀਂ ਸਿਰਫ ਪ੍ਰੈਜ਼ੈਂਟ ਦੇਖ ਸਕਦੇ ਹਾਂ ਤੇ ਪਾਸਟ ਨੂੰ ਚੇਤੇ ਕਰ ਸਕਦੇ ਹਾਂ। ਨਾ ਪਾਸਟ 'ਚ ਜਾ ਸਕਦੇ ਹਾਂ ਨਾ ਫਿਊਚਰ ਬਣਾ ਸਕਦੇ ਹਾਂ। ਫਿਊਚਰ ਜਿਹਨੇ ਖੜਿਆ ਉਹਨੂੰ ਪਤਾ ਹੈ।
ਆਪਣੇ ਅੰਦਰ ਨੂੰ ਜੇਕਰ ਅਸੀਂ ਸੰਤੁਸ਼ਟ ਰੱਖਿਆ ਨਾ, ਆਪਣੇ ਅੰਦਰ ਨੂੰ ਜੇਕਰ ਅਸੀਂ ਸੈਟੀਸਫਾਈਡ ਰੱਖਿਆ, ਸਾਨੂੰ ਨਾ ਥੋੜਾ ਦੁਨੀਆ ਨੂੰ ਇਗਨੋਰ ਕਰਨਾ ਵੀ ਆਉਣਾ ਚਾਹੀਦਾ ਹੈ। ਆਪਣੇ ਕੰਨਾਂ ਦੇ ਵਿੱਚ ਨਾ ਸਿਰਫ ਉਹ ਚੀਜ਼ਾਂ ਜਾਣ ਦਿਓ ਜਿਹਨਾਂ ਚੀਜ਼ਾਂ ਤੋਂ ਰੱਬ ਚੇਤੇ ਆਵੇ। ਉਹ ਵਾਲੇ ਬੋਲ ਸੁਣਨੇ ਨਹੀਂ ਜਿੱਤੋਂ ਰੱਬ ਚੇਤੇ ਨਹੀਂ ਆਉਂਦਾ। ਜੇਕਰ ਫਿਰ ਵੀ ਤੁਹਾਨੂੰ ਕੋਈ ਕਿਸੇ ਗੱਲ ਤੋਂ ਤੰਗ ਕਰਦਾ ਹੈ ਜਾਂ ਕਿਸੇ ਗੱਲ ਤੋਂ ਬਾਰ-ਬਾਰ ਟੌਂਟ ਕਰਦਾ ਹੈ ਜਾਂ ਤੁਹਾਨੂੰ ਬਾਰ-ਬਾਰ ਉਸ ਚੀਜ਼ ਦੇ ਬਾਰੇ ਆਖਦਾ ਆ ਜਾਂ ਫੀਲ ਕਰਵਾਉਂਦਾ ਆ, ਤਾਂ ਇੱਕ ਚੀਜ਼ ਇਹ ਚੀਜ਼ ਜ਼ਰੂਰ ਸਮਝਣੀ ਕਿ ਜਿਹੜਾ ਕੋਈ ਬੱਚਾ ਹੁੰਦਾ ਨਾ, ਜਿਹੜੇ ਸਾਡੇ ਕਈ ਵਾਰ ਗਰੀਬ ਝੁੱਗੀ ਝੌਂਪੜੀਆਂ ਦੇ ਬੱਚੇ ਹੁੰਦੇ ਆ, ਤੁਸੀਂ ਇਹਨਾਂ ਨੂੰ ਜਾ ਕੇ ਕਿ ਮੇਰੇ ਐਗਜ਼ਾਮ ਬੜਾ ਔਖਾ ਆਇਆ ਸੀ ਅੱਜ ਇਸ ਵਾਰ, ਜਿਹਨੇ ਕਦੀ ABC ਪੜ੍ਹੀ ਨਹੀਂ ਨਾ, ਉਹਨੂੰ ਪਤਾ ਹੀ ਨਹੀਂ ਕਿ ਐਲਫਾਬੈਟਸ ਬਣਾਉਣੇ ਔਖੇ ਹੁੰਦੇ ਨੇ ਕਿ ਸੌਖੇ। ਬਸ ਇਹ ਸੋਚਣਾ ਹੈ ਕਿ ਇਹਨੇ ਸਕੂਲ 'ਚ ਐਡਮਿਸ਼ਨ ਨਹੀਂ ਲਈ, ਇਹਨੂੰ ਸਿਲੇਬਸ ਹੀ ਨਹੀਂ ਸਮਝ ਆਉਣਾ, ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮੇਰਾ ਕੁਐਸਚਨ ਸੀ ਕਿ ਰਹਾਉ ਦਾ ਅਰਥ ਕੀ ਹੁੰਦਾ? ਰਹਾਉ ਦਾ ਅਰਥ ਹੁੰਦਾ ਹੈ ਜਦੋਂ ਵੀ ਕਿਸੇ ਬਾਣੀ ਦੇ ਵਿੱਚ, ਕਿਸੇ ਸ਼ਬਦ ਵਿੱਚ ਜਦੋਂ ਰਹਾਉ ਆਉਂਦਾ ਹੈ ਤੇ ਉਹਦਾ ਮਤਲਬ ਹੁੰਦਾ ਉਹਦਾ ਕੇਂਦਰੀ ਭਾਵ। ਕੇਂਦਰੀ ਭਾਵ ਇਜ਼ ਲਾਈਕ ਸੈਂਟਰਲ ਆਈਡੀਆ। ਜਿਵੇਂ ਅਸੀਂ ਕੋਈ ਵੀ ਸਟੋਰੀ ਪੜ੍ਹਦੇ ਹਾਂ ਜੇਕਰ ਇੰਗਲਿਸ਼ ਦੇ ਵਿੱਚ ਜਾਂ ਕਿਸੇ ਵੀ ਸਬਜੈਕਟ ਦੇ ਵਿੱਚ, ਤੇ ਸਕੂਲ ਦੇ ਵਿੱਚ ਅਸੀਂ ਕਹਿੰਦੇ ਨਾ ਵੀ ਇਹਦਾ ਓਵਰਆਲ ਕੀ ਮਤਲਬ ਸੀਗਾ। ਇੱਕ ਤਾਂ ਕਹਾਣੀ ਸੀਗੀ, ਪਰ ਓਵਰਆਲ ਉਹਦੀ ਸਿੱਖਿਆ ਕੀ ਸੀਗੀ। ਤੇ ਰਹਾਉ ਵਾਲੀ ਜਿਹੜੀ ਪੰਕਤੀ ਹੁੰਦੀ ਹੈ ਨਾ, ਮਹਾਰਾਜ ਸਾਨੂੰ ਕਿਰਪਾ ਕਰਦੇ ਨੇ, ਉਹ ਰਹਾਉ ਵਾਲੀ ਪੰਕਤੀ ਦੇ ਵਿੱਚ ਉਹਦਾ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਕਿਸੇ ਵੀ ਸ਼ਬਦ ਦੇ ਵਿੱਚ ਜੇਕਰ ਅਸੀਂ ਪੂਰਾ ਸ਼ਬਦ ਨੂੰ ਵਿਸਥਾਰ ਵਿੱਚ ਉਹਦੀ ਵਿਆਖਿਆ ਜਾਣੇ ਤੋਂ ਬਿਨਾਂ ਅਸੀਂ ਇਹ ਜਾਣਨਾ ਹੋਵੇ ਕਿ ਇਹ ਸ਼ਬਦ ਦੇ ਵਿੱਚ ਕੇਂਦਰੀ ਭਾਵ ਲਾਈਕ ਸੈਂਟਰਲ ਆਈਡੀਆ, ਉਹਦੇ ਮੀਨਿੰਗਸ ਕੀ ਹਨ, ਤੇ ਸਾਨੂੰ ਰਹਾਉ ਵਾਲੀ ਪੰਕਤੀ ਤੋਂ ਮਹਾਰਾਜ ਕਿਰਪਾ ਕਰਦੇ ਨੇ, ਉਹਦਾ ਸੈਂਟਰਲ ਆਈਡੀਆ ਬਖਸ਼ਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੇਰਾ ਇੱਕ ਕੁਐਸਚਨ ਹੈ, ਅਗਰ ਅਸੀਂ ਸਾਡਾ ਪੇਪਰ ਹੈ ਕੱਲ ਨੂੰ, ਅਸੀਂ ਸਾਰਾ ਦਿਨ ਪੜ੍ਹੀ ਜਾਈਏ ਗੁਰਦੁਆਰਾ ਸਾਹਿਬ ਤੇ ਟਾਈਮ ਹੀ ਨਾ ਕੱਢੀਏ ਤਾਂ ਸਾਡੇ ਨਾਲ ਗੁਰੂ ਜੀ ਨਾਰਾਜ਼ ਹੋ ਜਾਣਗੇ? ਨਾਰਾਜ਼ ਨਹੀਂ ਹੋਣਗੇ ਗੁਰੂ ਸਾਹਿਬ। ਦੇਖੋ ਆਪਾਂ ਇਹ ਗੱਲ ਪਹਿਲੇ ਵੀ ਆਖੀ ਕਿ ਗੁਰਦੁਆਰੇ ਨਾ ਜਾਣ ਨਾਲ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਸਾਹਿਬ ਨਾਰਾਜ਼ ਨਹੀਂ ਹੁੰਦੇ ਨੇ। ਗੁਰੂ ਨਾ ਵੱਡਾ ਹੁੰਦਾ ਹੈ ਨਾ ਛੋਟਾ ਹੁੰਦਾ ਹੈ, ਸਾਡੇ ਗਿਆ ਜਾਂ ਨਾ ਗਿਆ। ਪੰਥ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਨੇ, ਬੜੇ ਸਾਰੇ ਲੋਕ ਨਹੀਂ ਜਾਂਦੇ ਹੈ, ਗੁਰੂ ਸਾਹਿਬ ਸਭ ਨਾਲ ਤੇ ਨਹੀਂ ਨਾਰਾਜ਼ ਹੁੰਦੇ। ਪਰ ਹਾਂ, ਇੱਕ ਚੀਜ਼ ਜੋ ਮੈਨੂੰ ਸੋਚਣੀ ਹੈ, ਉਹ ਇਹ ਸੋਚਣੀ ਹੈ ਕਿ ਕੀ ਮੈਂ 5 ਮਿੰਟ ਵਾਸਤੇ ਜੇਕਰ ਮੈਂ ਗੁਰੂ ਦੇ ਦਰਸ਼ਨ ਕਰਨ ਚਲਾ ਗਿਆ ਤੇ ਕੀ ਮੇਰਾ ਕੋਈ ਏਡਾ ਵੱਡਾ ਨੁਕਸਾਨ ਹੋ ਜਾਣਾ ਹੈ ਜੇ ਪੜ੍ਹਾਈ ਦਾ, ਜਿਹੜਾ ਮੈਂ ਨਹੀਂ ਪੜ੍ਹ ਪਾਵਾਂਗਾ? ਜੇ ਤੇ ਏਦਾਂ ਨਹੀਂ, ਤੇ ਕੋਸ਼ਿਸ਼ ਜ਼ਰੂਰ ਕਰਨੀ ਕਿ ਜਿਹੜੀ ਮੇਰੀ ਮਿਹਨਤ ਹੈ ਨਾ, ਅਸੀਂ ਪੂਰਾ ਦਿਨ ਕਿਉਂ ਪੜ੍ਹੇ? ਕਿਉਂਕਿ ਮੈਨੂੰ ਅੱਛੇ ਮਾਰਕਸ ਚਾਹੀਦੇ ਨੇ, ਰਾਈਟ? ਅੱਛੇ ਮਾਰਕਸ ਚਾਹੀਦੇ ਨੇ, ਮੈਨੂੰ ਫਸਟ ਆਣਾ ਕਲਾਸ 'ਚ, ਮੈਨੂੰ ਹੈਗਾ ਕਿ ਮੈਂ ਟੌਪ ਕਰਨਾ ਹੈ, ਤਾਂ ਕਰਕੇ ਮੈਂ ਪੂਰਾ ਦਿਨ ਪੜ੍ਹ ਰਿਹਾ, ਕੋਈ ਕੰਮ ਨਹੀਂ ਕਰ ਰਿਹਾ, ਨਾ ਖੇਡ ਰਿਹਾ, ਹੈ ਨਾ, ਸਿਰਫ ਪੜ੍ਹ ਰਿਹਾ। ਪਰ ਇਹ ਚੀਜ਼ ਹਮੇਸ਼ਾ ਯਾਦ ਰੱਖਣੀ, ਦੁਨੀਆ ਦਾ ਕੋਈ ਵੀ ਇਮਤਿਹਾਨ ਹੋਵੇ, ਭਾਵੇਂ ਉਹ ਸਰੀਰਕ ਇਮਤਿਹਾਨ ਹੋਵੇ, ਭਾਵੇਂ ਉਹ ਪੜ੍ਹਾਈ ਦਾ ਇਮਤਿਹਾਨ ਹੋਵੇ, ਭਾਵੇਂ ਸੰਸਾਰ ਦਾ ਕੋਈ ਵੀ ਇਮਤਿਹਾਨ ਹੋਵੇ, ਅਸੀਂ ਸਿਰਫ ਪਾਸ ਉਦੋਂ ਹੋ ਸਕਦੇ ਹਾਂ ਜਦੋਂ ਗੁਰੂ ਦੀ ਮਿਹਰ ਹੋਵੇ। ਜੇਕਰ ਵਾਹਿਗੁਰੂ ਜੀ ਦੀਆਂ ਬਲੈਸਿੰਗਸ ਹੋਣ ਨਾ, ਅਸੀਂ ਤਾਂ ਹੀ ਪਾਸ ਹੋ ਸਕਦੇ ਹਾਂ। ਤੇ ਜਿੰਨਾ ਮਰਜ਼ੀ ਸਮਾਂ ਹੋਵੇ, ਭਾਵੇਂ ਸਾਡੇ ਕੋਲ 2 ਮਿੰਟ ਹੀ ਹੋਣ ਨਾ, ਅਸੀਂ ਗੁਰੂ ਘਰ ਜ਼ਰੂਰ ਜਾਈਏ, ਗੁਰੂ ਸਾਹਿਬ ਨੂੰ ਅਰਦਾਸ ਕਰੀਏ, ਗੁਰੂ ਸਾਹਿਬ ਮੈਂ ਨਾ ਪੜ੍ਹਾਈ ਕਰਨ ਲੱਗਾ ਤੇ ਤੁਸੀਂ ਸਹਾਈ ਹੋਣਾ। ਜੇ ਫਿਰ ਵੀ ਹੁੰਦਾ ਨਾ ਕਿ ਮੈਂ ਗੁਰੂ ਘਰ ਦੂਰ ਹੈ ਤੇ ਮੈਂ ਨਹੀਂ ਜਾ ਸਕਦਾ, ਤੇ ਕੋਈ ਗੱਲ ਨਹੀਂ ਜਾਓ, ਪਰ ਘਰ ਜਿੰਨੀ ਵਾਰੀ ਵੀ ਪੜ੍ਹਾਈ ਵਾਸਤੇ ਬਹਿਣਾ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਕਿ ਗੁਰੂ ਸਾਹਿਬ ਮੈਂ ਪੜ੍ਹਾਈ ਦੀ ਤਿਆਰੀ ਕਰਨ ਲੱਗਾ, ਪੇਪਰ ਦੀ ਤਿਆਰੀ ਕਰਨ ਲੱਗਾ, ਤੁਸੀਂ ਆਪ ਮੇਰੀ ਸਹਾਇਤਾ ਕਰਨੀ, ਤੁਸੀਂ ਮੈਨੂੰ ਅੱਛਾ ਪੜ੍ਹਾ ਲੈਣਾ। ਜਦੋਂ ਪੜ੍ਹਾਈ ਕੰਪਲੀਟ ਹੋ ਜਾਵੇ, ਤੁਸੀਂ ਇਹ ਅਰਦਾਸ ਕਰਨੀ, ਗੁਰੂ ਸਾਹਿਬ ਜੋ ਵੀ ਮੈਂ ਪੜ੍ਹਿਆ ਮੇਰੇ ਦਿਮਾਗ ਦੇ ਵਿੱਚ ਵਸ ਜਾਵੇ, ਤੇ ਤੁਸੀਂ ਮੈਨੂੰ ਅੱਛਾ ਪੇਪਰ ਦਵਾ ਲੈਣਾ। ਕ੍ਰੈਡਿਟ ਆਪੇ ਨਹੀਂ ਲੈਣਾ, ਆਪਣੇ ਆਪ ਨੂੰ ਨਹੀਂ ਕਹਿਣਾ ਕਿ ਮੈਂ ਪੜ੍ਹਿਆ ਤੇ ਤਾਂ ਮੈਂ ਆਇਆ। ਹਮੇਸ਼ਾ ਗੁਰੂ ਸਾਹਿਬ ਨੂੰ ਆਪਾਂ ਨਾਲ ਰੱਖਾਂਗੇ ਨਾ, ਤੇ ਗੁਰੂ ਸਾਹਿਬ ਸਾਡੇ ਸਾਰੇ ਕਾਰਜ ਸੰਵਾਰਨਗੇ, ਨਾਰਾਜ਼ ਨਹੀਂ ਹੁੰਦੇ। ਹਾਂਜੀ, ਬਹੁਤ ਵਧੀਆ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰਾਨਾ ਸਾਰੀ ਸੰਗਤਾਂ ਦਾ ਤੇ ਐਜੂਕੇਟ ਪੰਜਾਬ ਦੀ ਪੂਰੀ ਟੀਮ ਦਾ। ਸਤਿਗੁਰ ਕਿਰਪਾ ਕਰੇ ਐਵੇਂ ਹੀ ਆਪ ਜੀ ਸਾਰੇ ਪਾਸੋਂ ਸੇਵਾ ਲੈਂਦੇ ਰਹਿਣ। ਸਾਰੇ ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ, ਤੇ ਮਹਾਰਾਜ ਕਿਰਪਾ ਕਰੇ ਇਹਨਾਂ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਤੇ ਜੀਵਨ ਦੇ ਵਿੱਚ ਜਿੱਥੇ ਅਧਿਆਤਮਕ ਪੜ੍ਹਾਈ, ਉੱਥੇ ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਆਪਣੀਆਂ ਮੱਲਾਂ ਭਰਨ ਤੇ ਕੌਮ ਵਾਸਤੇ ਉੱਚ ਪਦਵੀਆਂ ਤੇ ਪਹੁੰਚ ਕੇ ਕੌਮ ਦੀ ਸੇਵਾ ਕਰੇ। ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਫੀ ਚਾਹੁੰਦੇ ਆ, ਥੋੜੇ ਬੱਚੇ ਰਹਿ ਗਏ ਆ, ਕੱਲ ਨੂੰ ਆਪਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਜੋ ਵੀ ਹੋਣਗੇ ਉਹ ਦੇਣਗੇ। ਸੋ ਬਹੁਤ ਬਹੁਤ ਧੰਨਵਾਦ ਭੈਣ ਹਰਅਮਰਤਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ, ਬੜੇ ਸੋਹਣੇ ਢੰਗ ਨਾਲ, ਬੜੇ ਕੀਮਤੀ ਵਿਚਾਰ ਦੱਸੇ ਨੇ। ਕਿਉਂਕਿ ਪ੍ਰੈਕਟੀਕਲੀ ਜੀਵਨ ਦੇ ਵਿੱਚੋਂ ਜਿਹੜੀਆਂ ਗੱਲਾਂ ਆਪਣੇ ਜੀਵਨ ਦੇ ਵਿੱਚੋਂ ਜਿਹੜੀਆਂ ਸੁਣਾਈਆਂ ਜਾਂਦੀਆਂ ਨਾ, ਕਿਉਂਕਿ ਗੁਰਬਾਣੀ ਪੜ੍ਹਨ ਵਾਲੇ, ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਜਦੋਂ ਆ ਕੇ ਮਿਲਦੀਆਂ ਨੇ ਤਾਂ ਕਿਰਪਾ ਹੀ ਵੱਖਰੀ ਹੁੰਦੀ ਹੈ। ਸੋ ਅੱਜ ਵੇਖਣ ਨੂੰ ਕਿਰਪਾ ਮਿਲ ਰਹੀ ਹੈ। ਕੋਈ ਪਤਾ ਹੀ ਨਹੀਂ ਲੱਗਿਆ ਜੀ ਕਦੋਂ ਆਪਣਾ ਕੈਂਪ ਦਾ ਸਮਾਂ ਲੰਘ ਗਿਆ, ਤੇ ਅਸੀਂ ਸਾਡੇ ਛੋਟੇ ਭੈਣ ਜੀ ਨੂੰ ਫੇਰ ਜੀ ਆਇਆਂ ਕਹਿੰਦੇ ਆ। ਤੇ ਅੱਗੇ ਤੋਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਆ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਿਹਾ ਕਰਿਓ। ਸੋ ਅਖੀਰ ਵਿੱਚ ਫੇਰ ਸਮੂਹ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਭੈਣ ਹਰਅਮਰਤਪ੍ਰੀਤ ਕੌਰ ਜੀ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।